ਜੋ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਇਹਦੇ ਜਿੱਦਾਂ ਸਬਰਵਾਲ ਜੀ ਨੇ ਕਿਹਾ, ਜਿੱਥੇ ਕੁਝ ਊਣਤਾਈਆਂ ਜਾਂ ਨੈਗੇਟਿਵ ਗੱਲਾਂ ਵੀ ਉੱਪਰ ਕੇ ਸਾਹਮਣੇ ਆਈਆਂ, ਇੱਕ ਜਿਹੜੀ ਸਮਾਜਿਕ ਤੌਰ ਤੇ ਜਿਹੜੀਆਂ ਤੰਦਾਂ ਇੱਕ ਦੂਜੇ ਦੀ ਮਦਦ ਦੀ ਜਿਹੜੀ ਭਾਵਨਾ ਹੈ ਉਹ ਵੀ ਲੱਗਦਾ ਹੈ ਕਿ ਉੱਪਰ ਕੇ ਸਾਹਮਣੇ ਆ ਰਹੀ ਹੈ। ਕਿਸ ਤਰ੍ਹਾਂ ਸੁਸਾਇਟੀਆਂ ਆਪਣੇ ਆਪ ਅੱਗੇ ਆ ਰਹੀਆਂ। ਸਬਰਵਾਲ ਸਾਹਿਬ ਨੇ ਜੋ ਗੱਲ ਕੀਤੀ ਹੈ ਉਹ ਬੜੀ ਘੱਟ ਕੀਤੀ ਹੈ ਜਿੰਨੀ ਇਹਨਾਂ ਨੇ ਸੇਵਾ ਨਿਭਾਈ ਹੈ। ਜਿਹੜੀ ਇਸ ਸੰਸਥਾ ਨੇ ਸਿਰਫ ਡਾਕਟਰ ਹੀ ਨਹੀਂ ਜਾਂ ਪੈਰਾਮੈਡੀਕਲ ਸਟਾਫ ਹੀ ਨਹੀਂ ਕਈ ਵਾਰੀ ਸਪੋਰਟ ਦਿੰਦਾ, ਈਵਨ ਆਪਣੇ ਜਿਹੜੇ ਵੋਲੰਟੀਅਰਸ ਨੇ ਉਹਨਾਂ ਨੇ ਵੀ ਆਪਣੀ ਜਾਨ ਨੂੰ ਖਤਰੇ ਵਿੱਚ ਰੱਖ ਕੇ ਸੇਵਾ ਨਿਭਾਈ ਹੈ। ਭਾਰਤੀ ਸੰਵਿਧਾਨ ਦੇ ਥੱਲੇ ਇਹ ਜੋ NGOs ਕਰ ਰਹੀਆਂ ਔਰ ਜੋ ਇਹ ਇੰਡੀਵਿਜੂਅਲ ਆਦਮੀ ਜਾਂ ਸੰਸਥਾਵਾਂ ਅੱਗੇ ਅੱਗੇ ਕਰ ਰਹੀਆਂ, ਇਹ ਐਕਚੁਅਲੀ ਕਾਨੂੰਨ ਦੇ ਤਹਿਤ ਆਰਟੀਕਲ 47 ਦੇ ਥੱਲੇ 47 ਆਰਟੀਕਲ ਦੇ ਥੱਲੇ ਇਹ ਭਾਰਤੀ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਇਹ ਸਰਕਾਰ ਨੂੰ ਕਰਨਾ ਚਾਹੀਦਾ। ਇਸ ਸੰਵਿਧਾਨ ਦੇ ਮੁਤਾਬਕ ਜਿਹੜਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਸਵਾਲ ਦੇ ਉੱਤੇ ਜਿਹੜਾ ਤੁਸੀਂ ਆਪ ਸਵਾਲ ਇਹ ਖੜਾ ਕੀਤਾ ਹੈ, ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ ਸੰਵਿਧਾਨਕ ਜ਼ਿੰਮੇਵਾਰੀ ਨਿਭਾ ਰਹੀ ਹੈ? ਦੇਖੋ, ਮੈਂ ਜਿਵੇਂ ਕਿਹਾ ਕਿ ਆਰਟੀਕਲ 47 ਦੇ ਥੱਲੇ ਇਹ ਸਰਕਾਰ ਦੀ ਡਿਊਟੀ ਬਣ ਜਾਂਦੀ ਹੈ। ਇਹ ਡਾਇਰੈਕਟਿਵ ਪ੍ਰਿੰਸੀਪਲ ਹੈ ਸਰਕਾਰ ਦਾ ਕਿ ਉਹਨਾਂ ਨੇ ਪਬਲਿਕ ਹੈਲਥ ਨੂੰ ਪ੍ਰਮੋਟ ਕਰਨਾ ਹੈ, ਸਿਕਿਉਰ ਕਰਨਾ ਹੈ। ਸਿਰਫ ਇੰਨੀ ਹੀ ਗੱਲ ਨਹੀਂ, ਉਹਨਾਂ ਨੇ ਨਾਲ ਹੀ ਨਾਲ ਆਪਸੀ ਭਾਈਚਾਰਾ ਵੀ ਬਣਾ ਕੇ ਰੱਖਣਾ ਹੈ। ਕੀ ਇਹਦੇ ਨਾਲ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀਆਂ ਹੈ? ਡਾਕਟਰ ਪਰੇਵਾਲ ਜੀ ਕੀ ਕਹੋਗੇ? ਬਹੁਤ ਇੱਕ ਕੰਟਰਾਡਿਕਟਰੀ ਮੁੱਦਾ ਹੈ। ਇੱਕ ਪਾਸੇ ਮਾਨਵਤਾ ਦੀ ਸੇਵਾ ਦੀ ਗੱਲ ਹੈ, ਦੂਜੇ ਪਾਸੇ ਸਰਕਾਰਾਂ ਦੀ ਜ਼ਿੰਮੇਵਾਰੀ। ਜਥੇਬੰਦੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਉਹ ਕਈ ਤਰ੍ਹਾਂ ਉੱਤੇ ਮੈਂ ਬਾਅਦ ਚਾਹੁੰਦਾ। ਪਹਿਲੀ ਗੱਲ, ਸਰਕਾਰ ਦਾ ਕੰਮ ਹੈ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਦੇਵੇ। ਇਹ ਸਰਕਾਰ ਕਦੇ ਆਰਟੀਕਲ 47 ਤੇ ਫੇਲ ਨਹੀਂ ਹੋਈ, ਇਹ 51 ਤੇ ਵੀ ਫੇਲ ਹੋਈ ਹੈ, ਕਿਉਂਕਿ ਇਹਨਾਂ ਨੇ ਕਦੀ ਸੇਵਾ ਹੀ ਨਹੀਂ ਦਿੱਤੀ ਬਲਕਿ ਭ੍ਰਾਂਤੀ ਫੈਲਾਈ ਹੈ। ਗੋ ਮੂਤਰ ਪੀ ਲਓ, ਗੋਹਾ ਮਲ ਲਓ, ਔਰ ਗੈਰ ਵਿਗਿਆਨਕ ਤਰੀਕੇ ਨਾਲ ਪ੍ਰਬੰਧ ਕਰਿਆ। ਜਿਹੜੇ ਮਰੀਜ਼ ਘਰੇ ਠੀਕ ਹੋ ਸਕਦੇ ਸੀ, ਕਿਸੇ ਚੀਜ਼ ਦੀ ਲੋੜ ਨਹੀਂ ਸੀ, ਉਹਨੂੰ ਇਹੋ ਜਿਹੇ ਕਗਾਰ ਤੇ ਪਹੁੰਚਾ ਕੇ ਉਹਨੂੰ ਆਕਸੀਜਨ ਦੀ ਲੋੜ ਪਵੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕੋਰੋਨਾ ਮਹਾਮਾਰੀ ਦੀ ਮਾਰ 'ਚ ਜਿਹੜੇ ਪਰਿਵਾਰ ਆਏ ਜਾਂ ਜਿਹੜੇ ਮਰੀਜ਼ ਨੇ, ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਹਨਾਂ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੀਆਂ, ਇੱਕ ਮਾਨਵਤਾ ਦਾ ਸੁਨੇਹਾ ਦੇ ਰਹੀਆਂ। ਕੇਵਲ ਇਹਨਾਂ ਨਹੀਂ, ਸਗੋਂ ਇਹਦੇ ਨਾਲ ਇੱਕ ਜਿਹੜੀ ਵੱਡੀ ਪੱਧਰ ਤੇ ਭਾਈਚਾਰਕ ਸਾਂਝ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ। ਇਹ ਵੀ ਠੀਕ ਹੈ ਕਿ ਕਈ ਥਾਵਾਂ ਦੇ ਉੱਤੇ ਕੋਈ ਨਾ ਪੱਕੀ ਤਸਵੀਰਾਂ ਵੀ ਉੱਭਰ ਕੇ ਸਾਹਮਣੇ ਆਉਂਦੀਆਂ, ਪਰ ਇਸ ਦੇ ਬਾਵਜੂਦ ਮਾਨਵਤਾ ਦਾ ਸੁਨੇਹਾ ਇੱਕ ਬਹੁਤ ਵੱਡਾ ਆਭਾਰ ਹੈ। ਇਹ ਸਭ ਕਾਸਤੇ ਤੇ ਚੱਲਣਾ ਇੱਕ ਵੱਡਾ ਸਵਾਲ ਫਿਰ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਕੀ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਸਕਦੀਆਂ? ਕੋਰੋਨਾ ਮਹਾਮਾਰੀ ਦਾ ਟਾਕਰਾ ਕਰਨਾ ਇੱਕ ਸਵਾਲ ਹੈ। ਇਸ ਦੇ ਨਾਲ ਜੋ ਅੱਗੇ ਜਾ ਕੇ ਭਵਿੱਖ 'ਚ ਖਤਰੇ ਖੜੇ ਹੋ ਰਹੇ ਹੈ, ਲੱਖਾਂ ਬੱਚੇ ਯਤੀਮ ਹੋ ਰਹੇ ਹੈ, ਲੱਖਾਂ ਲੋਕਾਂ ਦੀ ਰੋਜੀ ਰੋਟੀ ਖੋਈ ਜਾ ਰਹੀ ਹੈ, ਉਹ ਵੀ ਬਹੁਤ ਵੱਡੀਆਂ ਚੁਣੌਤੀਆਂ। ਇਹਨਾਂ ਸਾਰੇ ਮੁੱਦਿਆਂ 'ਤੇ ਮੇਰੇ ਨਾਲ ਪੈਨਲ 'ਚ ਵੱਖ-ਵੱਖ ਖੇਤਰਾਂ ਦੇ ਜਿਹੜੇ ਸਾਡੇ ਕਦਾਵਰ ਮਹਿਮਾਨ ਜੁੜ ਚੁੱਕੇ ਨੇ। ਡਾਕਟਰ ਪਿਆਰੇ ਲਾਲ ਗਰਗ, ਜਿਹੜੇ ਕਿ ਸਮਾਜਿਕ ਤੌਰ 'ਤੇ ਆਪਣੀ ਜਾਣ ਪਛਾਣ ਤਾਂ ਰੱਖਦੇ ਹੀ ਹੈ, ਸਿਹਤ ਸੇਵਾਵਾਂ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੈ। ਇਸੇ ਤਰੀਕੇ ਨਾਲ ਹਰਜੀਤ ਸਿੰਘ ਸਬਰਵਾਲ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਮੋਹਰੀ ਨੇ, ਮਾਨਵਤਾ ਦੇ ਲਈ ਕਰ ਰਹੇ ਕੰਮ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਡਾਕਟਰ ਕਮਲਜੀਤ ਸਿੰਘ, ਇਸ ਜੀ ਪੇਂਡੂ ਖੇਤਰ 'ਚ ਜਿਹੜੇ ਕੰਮ ਕਰ ਰਹੇ ਹੈ ਡਾਕਟਰ ਸਮਿਤ ਮਿੱਤਲ। ਆਪਾਂ ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਸਬਰਵਾਲ ਜੀ, ਮੈਂ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿਸ ਤਰੀਕੇ ਨਾਲ ਤੁਹਾਡੀ ਸੁਸਾਇਟੀ ਮਾਨਵਤਾ ਦੇ ਐਂਗਲ ਤੋਂ, ਮਾਨਵਤਾ ਦੇ ਲਿਹਾਜ਼ ਨਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਮਾਨਵਤਾ ਦੀ ਸੇਵਾ ਕਰ ਰਹੀ ਹੈ, ਮਦਦ ਕਰ ਰਹੀ ਹੈ, ਜਿੱਦਾਂ ਮੈਂ ਕਿਹਾ ਸਰਕਾਰਾਂ ਵੀ ਪੱਲਾ ਝਾੜ ਜਾਂਦੀਆਂ, ਤੁਹਾਡੀ ਸੁਸਾਇਟੀ ਨੂੰ ਕਿੱਥੋਂ ਐਡੀ ਵੱਡੀ ਹਿੰਮਤ ਪਈ ਇਸ ਮਾਮਲੇ 'ਚ ਅੱਗੇ ਹੋ ਕੇ ਮਾਨਵਤਾ ਦੀ ਸੇਵਾ ਕੀਤੀ ਜਾਏ? ਸਬਰਵਾਲ ਜੀ। 20 ਅਪ੍ਰੈਲ ਤੋਂ ਬਾਅਦ ਇੱਕੋਦਮ ਹੀ ਜਿਹੜੀ ਕਰੋਨਾ ਦੀ ਜਿਹੜੀ ਪੀਕ ਸਟਾਰਟ ਹੋ ਗਈ, ਔਰ ਉਸ ਤੋਂ ਬਾਅਦ ਜਿਹੜਾ 4 ਦਿਨ ਦੇ ਵਿੱਚ ਇੰਨਾ ਹੀ ਪੈਨਿਕ ਇੱਥੇ ਸਿਚੁਏਸ਼ਨਸ ਹੋ ਗਈਆਂ ਕਿ ਚੰਡੀਗੜ੍ਹ, ਦਿੱਲੀ, ਨੋਇਡਾ, ਹਰਿਆਣਾ, ਪੰਜਾਬ ਦੇ ਵਿੱਚ ਆਕਸੀਜਨ ਦਾ ਜਿਹੜਾ ਇਹ ਬਿਲਕੁਲ ਕਲੈਪਸ ਹੋ ਗਏ ਸਿਸਟਮ। ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਆਕਸੀਜਨ ਬੈੱਡ ਮਿਲਣੇ ਬੰਦ ਹੋ ਗਏ, ਘਰਾਂ 'ਚ ਸਿਲੰਡਰ ਮਿਲਣੇ ਬੰਦ ਹੋ ਗਏ। ਤੇ ਅਸੀਂ ਸਟਾਰਟ ਤਾਂ ਇਹ ਕੀਤਾ ਸੀ ਲੋਕਾਂ ਨੂੰ ਆਕਸੀਜਨ ਪ੍ਰੋਵਾਈਡ ਕਰਨੇ ਦਾ ਕੰਮ 20 ਅਪ੍ਰੈਲ ਨੂੰ ਕੀਤਾ, ਪਰ 27-28 ਅਪ੍ਰੈਲ ਤੱਕ ਪਹੁੰਚਣ ਤੱਕ ਜਦੋਂ ਲੋਕਾਂ ਦੀਆਂ ਕਾਲਸ ਆਉਂਦੀਆਂ ਸੀ ਦਿੱਲੀ ਤੋਂ, ਰੋਜ਼ ਹੀ ਘੱਟ ਤੋਂ ਘੱਟ 70 ਤੋਂ 100 ਐਂਬੂਲੈਂਸਿਸ ਉੱਥੋਂ ਪੇਸ਼ੈਂਟ ਲੈ ਕੇ ਚੰਡੀਗੜ੍ਹ ਆ ਰਹੇ ਸੀ, ਔਰ ਸਾਰੀ ਰਾਤ ਔਰ ਸੜਕਾਂ ਤੇ ਘੁੰਮਦੇ ਸੀ,
ਉਹਨਾਂ ਨੂੰ ਕਿਸੇ ਵੀ ਹਸਪੀਟਲ ਦੇ ਵਿੱਚ ਨਾ ਪ੍ਰਾਈਵੇਟ ਨਾ ਗਵਰਨਮੈਂਟ ਦੇ ਨਾ ਬੈੱਡ ਮਿਲਦਾ ਸੀ, ਨਾ ਆਕਸੀਜਨ ਨਾ ਵੈਂਟੀਲੇਟਰ। ਤੇ ਮਨ ਬੜਾ ਜੀ ਦੁਖੀ ਹੋਇਆ ਵੀ ਇਸ ਸਮੇਂ ਦੇ ਵਿੱਚ ਜੇ ਪਰਮਾਤਮਾ ਸਾਡੇ ਤੇ ਕਿਰਪਾ ਕਰੇ, ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਕੋਈ ਸੇਵਾ ਸਾਨੂੰ ਦੇ ਦੇਣ। ਅਸੀਂ ਮਨ ਵਿੱਚ ਵਿਚਾਰ ਤੇ ਇਹ ਬਣਾਇਆ ਵੀ ਆਪਣਾ ਹੀ 10-20 ਬੈੱਡ ਦਾ ਇੱਕ ਹਸਪਤਾਲ ਬਣਾ ਕੇ ਚਲੋ 10-20 ਬੰਦਿਆਂ ਨੂੰ ਵੀ ਸੇਵਾ ਕਰੀਏ। ਪਰ ਇਨ ਦਾ ਮੀਨ ਟਾਈਮ ਜਿਹੜਾ 27 ਅਪ੍ਰੈਲ ਨੂੰ ਜੋ ਚੰਡੀਗੜ੍ਹ ਦੇ ਐਡਵਾਈਜ਼ਰ ਸਾਹਿਬ ਨੇ ਉਹਨਾਂ ਨੇ ਇੱਕ ਅਪੀਲ ਕੀਤੀ ਕਿ ਗਵਰਨਮੈਂਟ ਸਿਸਟਮ ਸਾਰਾ ਜਿਹੜਾ ਹੈਗਾ ਫੁੱਲ ਹੋ ਚੁੱਕਾ ਹੈ ਤੇ ਅਸੀਂ NGOs ਨੂੰ ਅਪੀਲ ਕਰਦੇ ਹਾਂ ਕਿ ਉਹ ਅੱਗੇ ਆਣ ਤੇ ਕੋਵਿਡ ਸੈਂਟਰ ਬਣਾਉਣ, ਅਸੀਂ ਬਿਲਡਿੰਗਾਂ ਦੇਣ ਨੂੰ ਤਿਆਰ ਹਾਂ। ਤੋ ਸਾਨੂੰ ਕਿਰਪਾ ਕੀਤੀ ਸੀ, ਫਸਟ ਅਸੀਂ ਉੱਥੇ ਪਹੁੰਚੇ ਤੇ ਮਿਸਟਰ ਗਰਗ ਨੇ ਸਾਨੂੰ 15 ਮਿੰਟ ਦੇ ਵਿੱਚ ਅਪਰੂਵਲ ਦੇ ਦਿੱਤੀ। ਉਹਨਾਂ ਨੇ ਮੈਨੂੰ ਸਿਰਫ 2 ਸਵਾਲ ਕੀਤੇ ਕਿ ਅਗਰ ਕੋਵਿਡ ਸੈਂਟਰ ਹਸਪੀਟਲ ਬਣਾਓਗੇ ਕਿੰਨੇ ਬੈੱਡ ਦਾ ਬਣਾਓਗੇ। ਮੈਂ ਕਿਹਾ ਜੀ 50 ਬੈੱਡ ਤੋਂ ਘੱਟ ਨਹੀਂ ਬਣਾਵਾਂਗੇ। ਤੇ ਦੂਜਾ ਸਵਾਲ ਸੀ ਕਿੰਨੀ ਦੇਰ ਦੇ ਵਿੱਚ ਤੁਸੀਂ ਤਿਆਰ ਕਰੋਗੇ। ਮੈਂ ਕਿਹਾ ਸੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਬਖਸ਼ਿਸ਼ ਬਣੀ ਰਹੇ, ਸਾਡੇ ਭਰਾਵਾਂ ਦਾ ਪਿਆਰ ਰਿਹਾ ਤੇ 48 ਘੰਟੇ ਦੇ ਵਿੱਚ ਅਸੀਂ ਪਹਿਲਾ ਪੇਸ਼ੈਂਟ ਐਂਟਰ ਕਰਾ ਦਾਂਗੇ। ਉਹਨਾਂ ਨੇ ਉਸੇ ਟਾਈਮ ਹੀ ਮੈਨੂੰ ਵਰਬਲੀ ਕਹਿਤਾ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਬਾਲ ਭਵਨ ਦੇ ਵਿੱਚ ਤੇ ਲੈਟਰ ਮੈਂ ਤੁਹਾਨੂੰ ਦੇ ਦਾਂਗਾ। ਔਰ ਇਹ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ, ਵਰਲਡ ਦੇ ਵਿੱਚ ਪਹਿਲੀ ਵਾਰੀ ਅਸੀਂ 48 ਘੰਟੇ ਦੀ ਕਮਿਟਮੈਂਟ ਦਿੱਤੀ ਸੀ, 36 ਘੰਟੇ 'ਚ ਪ੍ਰੋਪਰ ਹਸਪੀਟਲ। ਮੈਂ ਇਹਨੂੰ ਕੋਵਿਡ ਸੈਂਟਰ ਆਈਸੋਲੇਸ਼ਨ ਸੈਂਟਰ ਨਹੀਂ ਕਹਿੰਦਾ ਆਪਣੇ ਵਾਲੇ ਨੂੰ। ਤੁਸੀਂ ਵਿਜ਼ਿਟ ਕਰੋ, ਹਰ ਬੈੱਡ ਦੇ ਉੱਤੇ ਆਕਸੀਜਨ ਦੇ ਜਿਹੜੇ ਪੁਆਇੰਟਸ ਬਣੇ ਹੋਏ ਨੇ, ਸੈਂਟਰਲਾਈਜ਼ ਆਕਸੀਜਨ ਹੈ, ਸੈਂਟਰਲਾਈਜ਼ ਸਾਰਾ ਸਿਸਟਮ ਇਹਨਾਂ ਦੇ ਬਣੇ ਨੇ। ਹਰ 4 ਬੈੱਡਾਂ ਦੇ ਬਾਅਦ ਉਹਨਾਂ ਦੇ ਬਾਥਰੂਮ ਟਾਇਲਟਸ ਨੇ ਔਰ ਟੌਪ ਕੁਆਲਿਟੀ ਦੇ ਡਾਕਟਰ ਨਰਸਿਸ ਔਰ ਸਟਾਫ ਜਿਹੜਾ ਅੰਦਰ ਰਹਿਣ ਵਾਲਾ। ਕਿਉਂਕਿ ਇੱਕ ਪ੍ਰੋਬਲਮ ਸਾਨੂੰ ਵੱਡੀ ਹੈ, ਅਸੀਂ ਇਨਫਰਾਸਟ੍ਰਕਚਰ ਬਣਾ ਸਕਦੇ ਹਾਂ, ਡਾਕਟਰ ਲੈਣੇ ਬੜੇ ਔਖੇ ਹੈ ਕਿਉਂਕਿ ਡਾਕਟਰ ਨਹੀਂ ਮਿਲਦੇ। ਕੋਵਿਡ ਦੇ ਅੰਦਰ ਕੋਈ ਡਾਕਟਰ ਜਾਣ ਨੂੰ ਤਿਆਰ ਨਹੀਂ, ਇੱਕ ਦਿਨ ਅਪਾਇੰਟ ਕਰੋ ਦੂਜੇ ਦਿਨ ਭੱਜ ਜਾਂਦਾ ਡਾਕਟਰ। ਉਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ 36 ਘੰਟੇ 'ਚ ਅਸੀਂ ਪਹਿਲਾ ਪੇਸ਼ੈਂਟ ਅੰਦਰ ਕਰ ਲਿਆ ਔਰ ਉਹ ਸੇਵਾ ਐਸੀ ਆਰੰਭ ਹੋਈ ਪੂਰੀ ਦੁਨੀਆ ਦੇ ਵਿੱਚ। ਸਾਨੂੰ ਇਹ ਮਾਣ ਪ੍ਰਾਪਤ ਹੋਇਆ ਚੰਡੀਗੜ੍ਹ ਦੀ ਸੰਗਤ ਨੂੰ ਕਿ ਇਹ ਸੇਵਾ ਪਹਿਲੀ ਵਾਰੀ ਨੇ ਸ਼ਾਰਟ ਪੀਰੀਅਡ ਵਿੱਚ ਹੋਈ। ਔਰ ਹਸਪਤਾਲ ਦੇ ਵਿੱਚ ਇਸ ਟਾਈਮ ਸਾਡੇ ਕੋਲ ਤੁਸੀਂ ਆ ਕੇ ਦੇਖੋ, ਇਹ ਬਾਹਰ 5 ਐਂਬੂਲੈਂਸਿਸ ਖੜੀਆਂ ਨੇ, 10 ਲੱਖ ਤੋਂ ਉੱਤੇ ਦੀ ਮੈਡੀਸਿਨ ਅੰਦਰ ਹੈ, ਸੀਨੀਅਰ DM ਤੱਕ ਡਾਕਟਰ ਸਾਡੇ ਕੋਲ ਅਵੇਲੇਬਲ ਬੈਠੇ ਨੇ, ਔਨ ਕਾਲ ਨਹੀਂ ਹੈਗੀ। ਜੀ ਇਹ ਸੇਵਾ ਵੀ ਸਾਡੀ ਜੀ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ, ਪਰ ਇੱਕ ਨਿੱਕਾ ਜਿਹਾ ਸਵਾਲ ਜ਼ਰੂਰ। ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਪੀਕ ਤੇ ਚੱਲ ਰਹੀ ਹੈ ਜਿਹੜੀ ਦੂਜੀ ਲਹਿਰ ਕਰੋਨਾ ਦੀ, ਹੁਣ ਤੁਹਾਡੇ ਜਿਹੜਾ ਕੋਵਿਡ ਸੈਂਟਰ ਕਹਿ ਲਓ ਜਿਹਨੂੰ ਤੁਸੀਂ ਹਸਪਤਾਲ ਦੀ ਗੱਲ ਕਰ ਰਹੇ ਹੋ, ਕਿੰਨੇ ਮਰੀਜ਼ ਦਾਖਲ ਹੈ? ਦੇਖੋ ਸਾਡੇ ਕੋਲ ਜਿਹੜਾ ਨਾ ਅਸੀਂ 50 ਬੈੱਡਡ ਬਣਾਇਆ ਸੀ ਔਰ 1 ਮਈ ਨੂੰ ਅਸੀਂ ਇੱਥੇ ਪਹਿਲਾ ਪੇਸ਼ੈਂਟ ਐਂਟਰ ਕੀਤਾ ਔਰ ਅੱਜ ਤੁਸੀਂ ਦੇਖ ਲਓ ਅੱਜ 31 ਮਈ ਹੈ। ਹੁਣ ਵੀ ਤੁਸੀਂ ਆ ਕੇ ਦੇਖ ਸਕਦੇ ਹੋ 48 ਪੇਸ਼ੈਂਟ ਸਾਡੇ ਸੈਂਟਰ 'ਚ ਅੱਜ ਵੀ ਹੈ ਜਿਹੜੇ ਐਡਮਿਟ ਹੈਗੇ। ਹੁਣ ਸਾਡੇ ਕੋਲ ਇਹ ਪੇਸ਼ੈਂਟ ਜਿਹੜੇ ਨੇ ਨਾਰਮਲ ਥੋੜਾ ਜਿਹਾ ਪੀਕ ਥੋੜੀ ਘਟੀ ਹੈ, ਪਰ ਕੁਝ ਪੇਸ਼ੈਂਟਸ ਇਹੋ ਜਿਹੇ ਨੇ ਜਿਹੜੇ ਪ੍ਰਾਈਵੇਟ ਹਸਪਤਾਲ ਦੇ 30,000 25,000 ਰੁਪਏ ਪਰ ਡੇ ਦੇ ਕੇ ਥੱਕ ਚੁੱਕੇ ਨੇ। ਉਹਨਾਂ ਦੀ ਜਿਹੜੀ ਹੈਗੀ ਆਪਣੀ ਸਿਸਟਮ ਫੇਲ ਹੋ ਚੁੱਕੇ ਨੇ। ਉਹ ਸਾਰੇ ਪੇਸ਼ੈਂਟ ਜਿਹੜੇ, ਕਿਉਂਕਿ ਸਾਡੇ ਕੋਲ ਮੈਡੀਕਲ ਫੈਸਿਲਿਟੀ ਹੈ, ਬਾਕੀ ਜਿੰਨੇ ਸੈਂਟਰ ਬਣੇ ਨੇ ਕੋਵਿਡ ਉਹਨਾਂ ਕੋਲ ਮੈਡੀਕਲ ਫੈਸਿਲਿਟੀ ਨਹੀਂ, ਦੇ ਆਰ ਜਸਟ ਕੁਆਰੰਟਾਈਨ ਸੈਂਟਰ। ਆਉਂਦੇ ਆ 90 ਤੋਂ ਉੱਤੇ ਸੈਚੂਰੇਸ਼ਨ ਹੋਈ ਤੇ ਐਡਮਿਟ ਕਰਦੇ ਆ। ਤੇ ਹੁਣ ਸਾਡੇ ਕੋਲ ਰੈਗੂਲਰ ਡੇਲੀ 10 ਤੋਂ 12 ਹਸਪੀਟਲਾਂ ਦੇ ਵਿੱਚ ਜਿਹੜੇ ਅਜੇ ਟ੍ਰੀਟਮੈਂਟ ਆਕਸੀਜਨ 3 ਲੀਟਰ 5 ਲੀਟਰ 7 ਲੀਟਰ ਹੈਗੀ ਹੈ, ਉਹ ਸਾਡੇ ਕੋਲ ਆ ਕੇ ਇੱਥੇ ਐਡਮਿਟ ਹੋ ਰਹੇ। ਓਕੇ, ਥੈਂਕ ਯੂ ਸਤਿਪਾਲ ਜੀ। ਮੈਂ ਵਾਪਸ ਆਵਾਂਗਾ ਤੁਹਾਡੇ ਵੱਲ ਇਹਨਾਂ ਸਵਾਲਾਂ ਦੇ ਉੱਤੇ। ਕਮਲਜੀਤ ਜੀ, ਜਿਸ ਮਾਮਲੇ ਤੇ ਗੱਲ ਕਰਦੇ ਆ, ਤੁਸੀਂ ਸੀਨੀਅਰ ਐਡਵੋਕੇਟ ਹੋ, ਸਮਾਜਿਕ ਜਿਹੜੀਆਂ ਤਕਲੀਫਾਂ ਮੁਸ਼ਕਲਾਂ ਨੂੰ ਹਰ ਰੋਜ਼ ਦੇਖਦੇ ਹੋ, ਹੱਲ ਕਰਦੇ ਹੋ। ਜੋ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਇਹਦੇ ਜਿੱਦਾਂ ਸਬਰਵਾਲ ਜੀ ਨੇ ਕਿਹਾ, ਜਿੱਥੇ ਕੁਝ ਊਣਤਾਈਆਂ ਜਾਂ ਨੈਗੇਟਿਵ ਗੱਲਾਂ ਵੀ ਉੱਪਰ ਕੇ ਸਾਹਮਣੇ ਆਈਆਂ, ਇੱਕ ਜਿਹੜੀ ਸਮਾਜਿਕ ਤੌਰ ਤੇ ਜਿਹੜੀਆਂ ਤੰਦਾਂ ਇੱਕ ਦੂਜੇ ਦੀ ਮਦਦ ਦੀ ਜਿਹੜੀ ਭਾਵਨਾ ਹੈ ਉਹ ਵੀ ਲੱਗਦਾ ਹੈ ਕਿ ਉੱਪਰ ਕੇ ਸਾਹਮਣੇ ਆ ਰਹੀ ਹੈ। ਕਿਸ ਤਰ੍ਹਾਂ ਸੁਸਾਇਟੀਆਂ ਆਪਣੇ ਆਪ ਅੱਗੇ ਆ ਰਹੀਆਂ? ਜੀ ਕਮਲਜੀਤ ਜੀ। ਸਬਰਵਾਲ ਸਾਹਿਬ ਨੇ ਜੋ ਗੱਲ ਕੀਤੀ ਹੈ ਉਹ ਬੜੀ ਘੱਟ ਕੀਤੀ ਹੈ ਜਿੰਨੀ ਇਹਨਾਂ ਨੇ ਸੇਵਾ ਨਿਭਾਈ ਹੈ। ਜਿਹੜੀ ਇਸ ਸੰਸਥਾ ਨੇ ਸਿਰਫ ਡਾਕਟਰ ਹੀ ਨਹੀਂ ਜਾਂ ਪੈਰਾਮੈਡੀਕਲ ਸਟਾਫ ਹੀ ਨਹੀਂ ਕਈ ਵਾਰੀ ਸਪੋਰਟ ਦਿੰਦਾ, ਈਵਨ ਆਪਣੇ ਜਿਹੜੇ ਵੋਲੰਟੀਅਰਸ ਨੇ ਉਹਨਾਂ ਨੇ ਵੀ ਆਪਣੀ ਜਾਨ ਨੂੰ ਖਤਰੇ ਵਿੱਚ ਰੱਖ ਕੇ ਸੇਵਾ ਨਿਭਾਈ ਹੈ। ਔਰ ਇਹ ਸੇਵਾ 24 ਘੰਟੇ ਜਦੋਂ ਦਾ ਇਹਨਾਂ ਨੇ ਸ਼ੁਰੂ ਕੀਤਾ ਉਦੋਂ ਦੀ ਚੱਲ ਰਹੀ ਹੈ। ਇਸੇ ਤਰ੍ਹਾਂ ਹੀ ਹੋਰ ਜਿਹੜੇ NGOs ਨੇ ਜਿਨ੍ਹਾਂ ਨੇ ਇਹ ਸੇਵਾ ਜਾਂ ਸਰਕਾਰ ਦੇ ਥਰੂ ਲਈ ਹੈ ਜਾਂ ਆਪਣੀ ਫੈਸਿਲਿਟੀਜ਼ ਡਿਵੈਲਪ ਕੀਤੀਆਂ ਨੇ, ਆਪ ਕੰਟਰੀਬਿਊਸ਼ਨਸ ਕੀਤੀਆਂ। ਇਹ ਇੱਕ ਮਨੁੱਖਤਾ ਦਾ ਏਡਾ ਵੱਡਾ ਇਹਨਾਂ ਨੇ
ਇੱਕ ਕਿਸਮ ਦਾ ਲੈਸਨ ਦਿੱਤਾ ਹੈ ਕਿ ਜੋ ਇਨਸਾਨੀਅਤ ਦੇ ਲਈ ਬਹੁਤ ਵੱਡਾ ਕਦਮ ਹੈ। ਇਹ ਐਕਚੁਅਲੀ ਸਾਡੇ ਸਮਾਜ ਦੇ ਬੰਦੇ ਅਨਮੋਲ ਰਤਨ ਨੇ, ਇਹ ਮਨੁੱਖਤਾ ਦੇ ਐਕਚੁਅਲੀ ਨੇ ਜਿਹੜੇ ਮਨੁੱਖ ਕੋ ਆ ਸਕਦੇ ਨੇ। ਨਹੀਂ ਤਾਂ ਜੋ 20 ਅਪ੍ਰੈਲ ਤੋਂ ਬਾਅਦ ਜੋ ਸਾਡੇ ਦੇਸ਼ ਵਿੱਚ ਵਾਪਰਿਆ, ਜਦੋਂ ਸੈਕਿੰਡ ਕਰੋਨਾ ਵੇਵ ਆਈ ਹੈ, ਇਹ ਬਿਲਕੁਲ ਠੀਕ ਹੈ ਕਿ ਇੰਨੀ ਮਾਰੋ ਮਾਰ ਹੋ ਗਈ ਸੀ, ਨਾ ਕੋਈ ਮੈਡੀਸਨ, ਨਾ ਕੋਈ ਆਕਸੀਜਨ, ਗਵਰਨਮੈਂਟ ਏਜੰਸੀਜ਼ ਤੁਹਾਡਾ ਫੋਨ ਨਹੀਂ ਚੱਕਣ ਨੂੰ ਤਿਆਰ, ਜਿਹੜੀ ਮੈਡੀਕਲ ਫੈਸਿਲਿਟੀਜ਼ ਗਵਰਨਮੈਂਟ ਨੇ ਪ੍ਰੋਵਾਈਡ ਕੀਤੀਆਂ ਉਹ ਬਿਲਕੁਲ ਜਾਂ ਭਰ ਚੁੱਕੀਆਂ ਨੇ ਜਾਂ ਉਹ ਨਾ ਕਰ ਚੁੱਕੀਆਂ ਨੇ। ਸੋ ਮੈਂ ਇਹਨਾਂ ਦੇ ਜਿੱਥੇ ਇਹਨਾਂ ਦੀ ਮਿਹਨਤ ਦਾ, ਜਿੱਥੇ ਇਹਨਾਂ ਦੀ ਲਗਨ ਦਾ, ਜਿਸ ਤੱਕ ਮੈਂ ਆਭਾਰੀ ਹਾਂ, ਇੱਥੇ ਹੀ ਦੂਜੇ ਪਾਸੇ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਰਤੀ ਸੰਵਿਧਾਨ ਦੇ ਥੱਲੇ ਇਹ ਜੋ NGOs ਕਰ ਰਹੀਆਂ ਔਰ ਜੋ ਇਹ ਇੰਡੀਵਿਜੂਅਲ ਆਦਮੀ ਜਾਂ ਸੰਸਥਾਵਾਂ ਅੱਗੇ ਆ ਕੇ ਕਰ ਰਹੀਆਂ, ਇਹ ਐਕਚੁਅਲੀ ਕਾਨੂੰਨ ਦੇ ਤਹਿਤ ਆਰਟੀਕਲ 47 ਦੇ ਥੱਲੇ, 47 ਆਰਟੀਕਲ ਦੇ ਥੱਲੇ ਇਹ ਭਾਰਤੀ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਇਹ ਸਰਕਾਰ ਨੂੰ ਕਰਨਾ ਚਾਹੀਦਾ। ਪਬਲਿਕ ਹੈਲਥ ਦਾ ਇਸ਼ੂ, ਪੈਂਡੇਮਿਕ ਦਾ ਇਸ਼ੂ, ਇਹ ਸਰਕਾਰ ਨੂੰ ਨਿਬੇੜਨਾ ਚਾਹੀਦਾ। ਅੱਜ ਤੇ ਲੋਕੀ, ਸਿੱਧੂ ਸਾਹਿਬ, ਹੁਣ ਤਾਂ ਲੋਕੀ ਸਾਨੂੰ ਇਹ ਸਵਾਲ ਪੁੱਛਦੇ ਨੇ ਆ ਕੇ ਕਿ ਜੇ ਅਸੀਂ ਡੋਨੇਸ਼ਨ ਕਰਨੀ ਹੋਏ, ਚੈਰਿਟੀ ਕਰਨੀ ਹੋਏ, ਜਾਂ ਸਾਨੂੰ ਕੋਈ ਸਰਕਾਰੀ ਫੰਡ ਦੇਣਾ ਚਾਹੀਦਾ ਜਿੱਥੇ ਸ਼ਾਇਦ ਉਹਨਾਂ ਨੂੰ ਟੈਕਸ ਦੀ ਐਗਜ਼ੰਪਸ਼ਨ ਮਿਲਦੀ ਹੋਏ, ਜਾਂ ਕਿਤੇ ਮੰਦਰ, ਮਸਜਿਦ, ਗੁਰਦੁਆਰੇ ਦੇਣਾ ਚਾਹੀਦਾ, ਐਸੀ NGOs ਦੇਣਾ ਚਾਹੀਦਾ ਜਿਹੜੀਆਂ NGOs ਨੇ ਐਕਚੁਅਲੀ ਮਨੁੱਖਤਾ ਦੀ ਸੇਵਾ ਨਿਭਾਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੜੇ ਮਨੁੱਖ ਇਹੋ ਜਿਹੇ ਨੇ ਜਿਹੜਾ ਗੁਪਤ ਦਾਨ ਕਰਕੇ ਗਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਨੁੱਖਤਾ ਮਰੀ ਨਹੀਂ ਹੈ, ਰਾਦਰ ਇਹ ਮਨੁੱਖਤਾ ਨੇ ਹੀ ਜਿਹਨੇ ਇੱਕ ਦੂਜੇ ਨੂੰ ਸੰਭਾਲਿਆ ਹੈ। ਇਹ ਇਨਸਾਨ ਹੀ ਨੇ ਇਸ ਦੂਜੇ ਨੂੰ ਸੰਭਾਲ ਕੇ ਰੱਖਿਆ। ਜੀ ਕਮਲ ਜੀ ਬਿਲਕੁਲ, ਜਿਹੜਾ ਕਿ ਇਨਸਾਨੀ ਦੇ ਲਿਹਾਜ਼ ਨਾਲ ਬਹੁਤ ਵੱਡੀ ਸੇਵਾ ਕਰ ਰਿਹਾ ਹੈ। ਤੁਸੀਂ ਸੰਵਿਧਾਨ ਦੀ ਗੱਲ ਕੀਤੀ ਹੈ, ਉਹਦੇ ਬਾਰੇ ਮੈਂ ਅੱਗੇ ਜਾਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ ਕਿ ਸੰਵਿਧਾਨ ਦੇ ਮੁਤਾਬਕ ਜਿਹੜਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਸਵਾਲ ਦੇ ਉੱਤੇ ਜਿਹੜਾ ਤੁਸੀਂ ਆਪ ਸਵਾਲ ਇਹ ਖੜਾ ਕੀਤਾ, ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ ਸੰਵਿਧਾਨਕ ਜ਼ਿੰਮੇਵਾਰੀ ਨਿਭਾ ਰਹੀ ਹੈ? ਮੈਂ ਇਸ ਤੋਂ ਬਾਅਦ ਅੱਗੇ ਸਵਾਲ ਲਵਾਂਗਾ, ਪਹਿਲਾਂ ਤੁਹਾਡੀ ਗੱਲ ਮੁਕੰਮਲ ਹੋਣ ਤੇ। ਕਮਲਜੀਤ ਜੀ ਦੇਖੋ, ਮੈਂ ਜਿਵੇਂ ਕਿਹਾ ਕਿ ਆਰਟੀਕਲ 47 ਦੇ ਥੱਲੇ ਇਹ ਸਰਕਾਰ ਦੀ ਡਿਊਟੀ ਬਣ ਜਾਂਦੀ ਹੈ, ਇਹ ਡਾਇਰੈਕਟਿਵ ਪ੍ਰਿੰਸੀਪਲ ਹੈ ਸਰਕਾਰ ਦਾ ਕਿ ਉਹਨਾਂ ਨੇ ਪਬਲਿਕ ਹੈਲਥ ਨੂੰ ਪ੍ਰਮੋਟ ਕਰਨਾ ਹੈ, ਸਿਕਿਉਰ ਕਰਨਾ ਹੈ। ਸਿਰਫ ਇੰਨੀ ਹੀ ਗੱਲ ਨਹੀਂ, ਉਹਨਾਂ ਨੇ ਨਾਲ ਹੀ ਨਾਲ ਆਪਸੀ ਭਾਈਚਾਰਾ ਵੀ ਬਣਾ ਕੇ ਰੱਖਣਾ ਹੈ। ਜਦੋਂ ਅਨਫੋਰਚੂਨੇਟਲੀ ਜਿਹੜੀ ਇਹਨਾਂ ਨੇ 20 ਅਪ੍ਰੈਲ ਇੱਕ ਕੱਟ ਆਫ ਡੇਟ ਦੱਸੀ ਹੈ, ਉਸ ਤੋਂ ਪਹਿਲਾਂ ਜਿਵੇਂ ਬੰਗਾਲ ਦਾ ਇੰਸੀਡੈਂਟ ਹੋਇਆ, ਕੋਈ ਹਰਿਦੁਆਰ ਦਾ ਇੰਸੀਡੈਂਟ ਹੋਇਆ, ਕਿਤੇ ਹੋਰ ਇੰਸੀਡੈਂਟ ਹੋਇਆ, ਮੇਰਾ ਖਿਆਲ ਹੈ ਗਵਰਨਮੈਂਟ ਨੇ ਸੰਵਿਧਾਨ ਦੀ ਉਦੋਂ ਉਲੰਘਣਾ ਕੀਤੀ ਹੈ। ਜੇ ਗਵਰਨਮੈਂਟ ਉਸ ਤੋਂ ਬਾਅਦ ਇਹ ਕਹੇ ਅਸੀਂ ਇਸ ਤੋਂ ਬਾਅਦ ਕੋਸ਼ਿਸ਼ ਕੀਤੀ ਹੈ ਇਹਨੂੰ ਕੰਟੇਨ ਕਰਨ ਦੀ, ਜਾਂ ਇਹ ਮਹਾਮਾਰੀ ਇਹੋ ਜਿਹੀ ਸੀ ਜਿਹਨੂੰ ਟਾਈਮ ਲੱਗਣਾ ਹੀ ਸੀ, ਇਹ ਵੇਵ ਐਸੀ ਸੀ ਜਿਹਨੇ ਕੁਝ ਦਿਨ ਲੈਣੇ ਹੀ ਸੀ, ਮੇਰਾ ਖਿਆਲ ਹੈ ਗਵਰਨਮੈਂਟ ਨੂੰ ਇਹਦੇ ਰੀਜ਼ਨ ਵਿੱਚ ਵੀ ਜ਼ਰੂਰ ਜਾਣਾ ਚਾਹੀਦਾ ਹੈ ਕਿ ਐਕਚੁਅਲੀ ਮਹਾਮਾਰੀ ਸ਼ੁਰੂ ਕਿੱਥੋਂ ਹੋਈ, ਇਹ ਮਹਾਮਾਰੀ ਦੇ ਸੋਰਸਿਸ ਕਿੱਥੋਂ ਪੈਦਾ ਹੋਏ, ਜਿੱਥੋਂ ਇਹ ਇੰਨੀ ਵੱਧ ਫੈਲ ਗਈ ਕਿ ਇੱਥੇ ਮਨੁੱਖ ਨੂੰ ਮਨੁੱਖ ਨਾਲ ਮੋਢਾ ਦੇ ਕੇ ਆਪਣੀ ਜਾਨ ਖਤਰੇ 'ਚ ਲੈ ਕੇ ਦੂਜੇ ਨੂੰ ਸੰਭਾਲਣ ਦਾ ਟਾਈਮ ਆਇਆ। ਜੀ ਔਰ ਇਹ ਵਡਿਆਈ ਦੇ ਪਾਤਰ ਨੇ ਸਾਰੇ ਉਹ ਮਨੁੱਖ, ਇਹ ਸਾਰੀਆਂ NGOs ਜਿਨ੍ਹਾਂ ਨੇ ਉਸ ਵੇਲੇ ਮਨੁੱਖਤਾ ਨੂੰ ਸੰਭਾਲਿਆ ਬਿਨਾਂ ਕਿਸੇ ਰਿਲੀਜਨ ਨੂੰ ਵੇਖਦੇ, ਬਿਨਾਂ ਕਿਸੇ ਕਾਸਟ। ਥੈਂਕ ਯੂ ਕਮਲ ਜੀ। ਮੈਂ ਫੇਰ ਆਵਾਂਗਾ ਤੁਹਾਡੇ ਵਾਲੇ ਇਸ ਮੁੱਦੇ ਤੇ। ਡਾਕਟਰ ਬਹਿਰਾਲ ਜੀ, ਬਹੁਤ ਵੱਡਾ ਇੱਕ ਸਵਾਲ ਇਸ ਗੱਲ ਤੇ ਖੜਾ ਹੁੰਦਾ, ਜਿੱਥੋਂ ਤੱਕ NGO ਦਾ ਸਵਾਲ ਹੈ, ਜਿੱਦਾਂ ਸਬਰਵਾਲ ਜੀ, ਇਸ ਤਰ੍ਹਾਂ ਸਬਰਵਾਲ ਜੀ ਦੀ ਤਰ੍ਹਾਂ ਹੋਰ ਵੀ ਕਈ ਇਦਾਂ ਦੀਆਂ ਆਰਗੇਨਾਈਜੇਸ਼ਨਸ ਹੋਣੀਆਂ, ਸਮਾਜਿਕ ਹੈ, ਧਾਰਮਿਕ ਹੈ, ਜਿਹੜੀਆਂ ਆਪਣੇ ਤੌਰ ਤੇ ਇਸ ਖੇਤਰ 'ਚ ਵੱਡੀ ਜ਼ਿੰਮੇਵਾਰੀ ਨਿਭਾ ਰਹੀਆਂ। ਜਿੱਦਾਂ ਕਮਲ ਜੀ ਨੇ ਕਿਹਾ, ਕੋਈ ਦੋ ਰਾਵਾਂ ਨਹੀਂ, ਸ਼ਲਾਘਾ ਦੀਆਂ ਪਾਤਰ ਹੈ। ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹਦੇ ਨਾਲ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀਆਂ। ਡਾਕਟਰ ਬਹਿਰਾਲ ਜੀ ਕੀ ਕਹੋਗੇ? ਬਹੁਤ ਇੱਕ ਕੰਟਰਾਡਿਕਟਰੀ ਮੁੱਦਾ ਹੈ, ਇੱਕ ਪਾਸੇ ਮਾਨਵਤਾ ਦੀ ਸੇਵਾ ਦੀ ਗੱਲ ਹੈ, ਦੂਜੇ ਪਾਸੇ ਸਰਕਾਰਾਂ ਦੀ ਜ਼ਿੰਮੇਵਾਰੀ। ਜੀ ਡਾਕਟਰ ਸਾਹਿਬ। ਜੀ ਡਾਕਟਰ ਬਹਿਰਾਲ ਜੀ। ਦੇਖੋ ਸਭ ਗੱਲ ਇਹ ਹੈ ਵੀ ਜਿਹੜੀਆਂ ਸਰਕਾਰਾਂ ਨੇ, ਪਹਿਲੀ ਗੱਲ ਇਹ ਹੈ ਜਥੇਬੰਦੀਆਂ, ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਉਹ ਕਈ ਤਰ੍ਹਾਂ ਉਹ ਤੇ ਮੈਂ ਬਾਅਦ ਚਾਹੁੰਦਾ। ਪਹਿਲੀ ਗੱਲ ਸਰਕਾਰ ਦਾ ਕੰਮ ਹੈ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਦੇਵੇ, ਤੇ ਸਰਕਾਰ ਕਦੇ ਆਰਟੀਕਲ 47 ਤੇ ਫੇਲ ਨਹੀਂ ਹੋਈ, ਇਹ 51 ਤੇ ਵੀ ਫੇਲ ਹੋਈ ਹੈ, ਕਿਉਂਕਿ ਇਹਨਾਂ ਨੇ ਕਦੀ ਸੇਵਾ ਹੀ ਨਹੀਂ ਦਿੱਤੀ ਬਲਕਿ ਭ੍ਰਾਂਤੀ ਫੈਲਾਈ ਹੈ। ਗੋ ਮੂਤਰ ਪੀ ਲਓ, ਗੋਹਾ ਮਲ ਲਓ, ਇਹ ਸਾਰੀ ਗੈਰ ਲੋਕਾਂ ਦੇ ਵਿੱਚ, ਔਰ ਗੈਰ ਵਿਗਿਆਨਕ ਤਰੀਕੇ ਨਾਲ ਪ੍ਰਬੰਧ ਕਰਿਆ। ਜਿਹੜੇ ਮਰੀਜ਼ ਘਰੇ ਠੀਕ ਹੋ ਸਕਦੇ ਸੀ, ਕਿਸੇ ਚੀਜ਼ ਦੀ ਲੋੜ ਨਹੀਂ ਸੀ, ਉਹਨੂੰ ਇਹੋ ਜਿਹੇ ਕਗਾਰ ਤੇ ਪਹੁੰਚਾ ਦਿੱਤਾ ਕਿ ਉਹਨੂੰ ਆਕਸੀਜਨ ਦੀ ਲੋੜ ਪਵੇ, ICU
ਕਿਉਂਕਿ ਉਹਨੂੰ ਗਲਤ ਇੰਸਟਰਕਸ਼ਨਾਂ ਦਿੱਤੀਆਂ ਗਈਆਂ, ਗਲਤ ਪ੍ਰਚਾਰ ਕਰਿਆ ਗਿਆ। ਸੋ ਸਰਕਾਰ ਨੇ ਆਪਦੀ ਜ਼ਿੰਮੇਵਾਰੀ, ਕਹਿਣ ਨੂੰ ਆਪਾਂ ਜੋ ਮਰਜ਼ੀ ਕਹੀਏ, ਮੈਂ ਤਾਂ ਨਤਮਸਤਕ ਹੁੰਦਾ ਵੀ 36 ਘੰਟੇ ਦੇ ਵਿੱਚ ਇਹਨਾਂ ਨੇ ਮਰੀਜ਼ ਪਹਿਲਾਂ ਦਾਖਲ ਕਰ ਲਿਆ। ਇਹ ਸਾਰੀਆਂ NGO ਨੂੰ ਆਪਾਂ ਨਾਲ ਨਾ ਰਲਾਈਏ। ਕੁਛ NGO ਉਹ ਵੀ ਨੇ ਜਿਹੜੇ ਮਾਸਕ ਵੰਡਦੀਆਂ ਫਿਰਦੀਆਂ ਨੇ, ਬਲੱਡ ਇਕੱਠਾ ਕਰ ਰਹੀਆਂ ਨੇ, ਪਰ ਉਹ ਸਿਆਸੀ ਨੇ, ਔਰ ਉਹਨਾਂ ਦੀ ਸਰਕਾਰ ਫੇਲ ਹੋਈ ਹੈ। ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਉਹ ਸਰਕਾਰ ਦੀਆਂ ਸਮਰਥਿਤ ਨੇ, ਸਰਕਾਰ ਉਹਦੇ ਟੋਟਲ ਫੇਲ ਹੋਈ ਹੈ। ਔਰ ਉਹ ਕਿਤੇ ਚਾਲਬਾਜ਼ੀ ਇਹ ਵੀ ਹੋ ਸਕਦੀ ਹੈ ਵੀ ਆਪਾਂ ਆਪਦੇ ਬੰਦਿਆਂ ਨੂੰ ਅੱਗੇ ਕਰਕੇ ਖੁਦ ਜੀ ਸੇਵਾ ਕਰਦੇ ਨੇ। ਜਿਹੜੀ ਡਿਊਟੀ ਉਹ ਨਿਭਾਈ ਨਹੀਂ, ਉਹਨੂੰ ਮੈਂ ਕੋਈ NGO ਨਹੀਂ ਮੰਨਦਾ। ਉਹ ਪਿਓਰਲੀ ਇੱਕ ਪੋਲੀਟੀਕਲ ਐਕਟੀਵਿਟੀ ਆ। ਉਹ ਕਈ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਕੋਈ ਕਹਿੰਦੇ ਜੀ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਉਹਨਾਂ ਦੀ ਡਿਊਟੀ ਹੈ ਕਿ ਪਰ ਜਿਹੜੀਆਂ ਰਾਜ ਕਰਦੀਆਂ ਪੋਲੀਟੀਕਲ ਪਾਰਟੀਆਂ ਨੇ ਜਿੱਥੇ ਜਿੱਥੇ, ਜੇ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਹੈ, ਉਹਨਾਂ ਦੀ ਸਰਕਾਰ ਕਰੇ ਜੋ ਕਰਨਾ। ਜੇ ਸਰਕਾਰ ਨਹੀਂ ਕਰੀ ਕਾਂਗਰਸ ਪਾਰਟੀ ਕੀ ਕਰ ਦੂਗੀ? ਇੱਦਾਂ ਹੀ ਜੇ ਕੇਂਦਰ ਦੇ ਵਿੱਚ BJP ਹੈ ਤਾਂ RSS BJP ਜੇ ਕੋਈ ਕਹਿੰਦੀ ਆ ਵੀ ਅਸੀਂ ਸੇਵਾ ਕਰਦੇ ਹਾਂ, ਮੈਨੂੰ ਇਹ ਗੱਲ ਗਵਾਰਾ ਨਹੀਂ ਖਾਂਦੀ। ਸਿੱਖੀ ਦੇ ਵਿੱਚ ਇੱਕ ਗੱਲ ਹੋਰ ਹੈ ਇਸ ਤੋਂ ਵੱਖਰੀ। ਕੋਈ ਕਹਿ ਸਕਦਾ ਵੀ ਜੇ ਅਕਾਲੀਆਂ ਦੀ ਸਰਕਾਰ ਹੁੰਦੀ ਫਿਰ ਤੁਸੀਂ ਇਹਨਾਂ ਨੂੰ ਕਹਿੰਦੇ। ਸਿੱਖੀ ਦੇ ਵਿੱਚ ਜਿਹੜੀ ਸਰਕਾਰ ਹੈ ਉਹਨੂੰ ਵੱਧ ਤੋਂ ਵੱਧ ਆਪਾਂ SGPC ਨੂੰ ਕਹਿ ਸਕਦੇ ਉਹਨਾਂ ਦੇ ਕੰਟਰੋਲ 'ਚ ਕਿਸੇ ਨਾ ਕਿਸ ਤਰ੍ਹਾਂ ਅਕਾਲੀ ਦਲ ਦੇ ਹੈ। ਸਿੱਖੀ ਦੇ ਵਿੱਚ ਸੇਵਾ ਦੀ ਜਿਹੜੀ ਭਾਵਨਾ ਹੈ ਉਹ ਜਿਹੜੀ ਹੈ ਉਹਦੇ ਵਿੱਚ ਕੋਈ ਲਾਲਚ ਨਹੀਂ ਹੈ। ਇਹ ਨਹੀਂ ਕਿਹਾ ਕਿ ਅਸੀਂ ਕਰਤਾ, ਗੁਰੂ ਦੀ ਕਿਰਪਾ ਹੋਈ, ਅਸੀਂ ਤਾਂ ਵਾਅਦਾ ਕਰਿਆ ਸੀ, ਸਾਡਾ ਵਾਅਦਾ ਪੂਰਾ ਕਰਾਤਾ। ਇਹ ਜਿਹੜੀ ਭਾਵਨਾ ਹੈ ਕਿ ਕੋਈ ਵੀ ਆ ਜੇ, ਕੋਈ ਧਰਮ ਹੋਵੇ, ਕੋਈ ਜਾਤ ਹੋਵੇ, ਕੋਈ ਵੋਟ ਨਹੀਂ ਮੰਗਣ ਜਾਣਾ, ਕੋਈ ਕਿਸੇ ਤੋਂ ਕੋਈ ਨਾਮ ਨਹੀਂ ਖੱਟਣ ਜਾਣਾ। ਨਹੀਂ ਤਾਂ ਇੱਥੇ ਕਿਸੇ ਇੱਕ ਬੱਚੇ ਦੀ ਫੀਸ ਦੇ ਕੇ ਗਰੀਬ ਦੀ ਤੇ ਐ ਫੋਟੋ ਖਿਚਾਉਣ ਤੇ ਲੱਗ ਜਾਂਦੇ ਨੇ ਪੋਲੀਟੀਸ਼ੀਅਨ ਵੀ ਆਹ ਦੇਖੋ ਜੀ ਅਸੀਂ NRI ਤੋਂ ਲੈ ਕੇ ਦਿੱਤੀ ਆ, ਅਸੀਂ ਫਲਾਣਾ ਕਰਕੇ ਦਿੱਤੀ ਹੈ। ਜਿਹੜਾ ਇਹ ਸਾਨੂੰ ਡਿਫਰੈਂਸ਼ੀਏਟ ਕਰਨਾ ਪਊ ਪਹਿਲੀ ਤਾਂ ਕਿ NGO ਸੱਚੀ ਮੁੱਚੀ ਸੇਵਾ ਕਰਕੇ ਕਿਸ ਕੋ ਹੋਤ ਪ੍ਰਾਪਤ ਰਿਹਾ, ਜਾਂ ਅਸੀਂ ਜੇ ਲਬਤਾ ਕੂੜਾ ਨੇ ਕਿਚੜ ਚੱਟ ਲੰਗਾਈ ਹੈ, ਛੱਪੜ ਟੁੱਟੇ ਮੇ, ਅਸੀਂ ਕਿਸੇ ਲਾਲਚ ਦੇ ਬਸ ਸੇਵਾ ਕਰ ਰਹੇ ਹਾਂ। ਹਾਂ, ਲਾਲਚ ਹੋ ਸਕਦਾ, ਇਹ ਲਾਲਚ ਹੋ ਗੁਣ ਤੋਂ ਉਚਰੋ। ਜੇ ਇਹ ਲਾਲਚ ਹੈ ਫਿਰ ਠੀਕ ਹੈ, ਸੇਵਾ ਕਰਨੀ ਹੈ, ਉਹਦਾ ਨਾਮ ਲੈਣਾ ਹੈ, ਇਹ ਲਾਲਚ ਹੋ ਸਕਦਾ, ਇਹ ਹਰੇਕ ਨੂੰ ਹੀ ਹੋਰ ਕੋਈ ਲਾਲਚ ਨਹੀਂ। ਸੋ ਇਹ ਇੱਕ ਪਾਰਟ ਹੈ। ਇੱਥੇ PGH 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ, ਮੁਲਾਜ਼ਮਾਂ ਨੇ ਬਣਾ, ਜਿਹੜੇ ਮਰੀਜ਼ ਆ ਕੇ ਰਹਿੰਦੇ ਨੇ, ਇਹਨਾਂ 'ਚ ਤਾਂ ਖੈਰ ਬੜੀ ਵੱਡੀ ਕਾਲਨਾ ਜਿਹੜੀ ਇਹਨਾਂ ਨੇ ਬਾਲ ਭਵਨ ਦੇ ਵਿੱਚ ਕਰੀ ਹੈ। ਮੈਂ ਕਹਾਂਗਾ ਵੀ ਇਹ ਵਾਕਈ ਸਿਰ ਨਿਵਾਉਣ ਵਾਲੀ ਜਗ੍ਹਾ ਹੈ ਜਿਹੜਾ ਇਹਨਾਂ ਨੇ ਕਰਿਆ। ਲੋੜ ਬਹੁਤ ਸੀ ਉਦੋਂ, ਪਰ ਜੇ ਅਸੀਂ ਦੇਖੀਏ ਜਿਸ ਮੁਲਕ ਦੇ ਵਿੱਚ 3.25 ਕਰੋੜ ਕਰੋਨਾ ਦਾ ਕੇਸ ਆ ਚੁੱਕਾ, ਜਿਸ ਮੁਲਕ ਦੇ ਵਿੱਚ 1 ਤੋਂ ਲੈ ਕੇ 25 ਮਈ ਤੱਕ ਹੀ 80 ਲੱਖ ਕੇਸ ਆ ਗਏ ਸੀ ਇੰਨੇ ਕੁ ਦਿਨ, 25 ਦਿਨਾਂ 'ਚ ਹੀ, ਜਦ ਇਹਨਾਂ ਨੇ ਇੱਕ ਨੂੰ ਸ਼ੁਰੂ ਕਰਿਆ। ਸਰਕਾਰ ਇਹਦੇ ਵਿੱਚ ਬਿਲਕੁਲ ਫੇਲ ਹੋਈ ਆ। ਫੇਲ ਹੀ ਨਹੀਂ, ਜਾਣ ਬੁੱਝ ਕੇ ਕੁਤਾਹੀ ਕਰੀ ਆ। ਕਦੀ ਮੈਂ ਫੇਲਰ ਨਹੀਂ ਕਹਿੰਦਾ, ਮੈਂ ਮੇਰੇ ਕੋਲ ਇਹਦੇ ਡਾਕੂਮੈਂਟਰੀ ਪ੍ਰੂਫ ਨੇ, ਮੈਂ ਜ਼ਿੰਮੇਵਾਰ ਨਾ ਕਰ ਰਿਹਾ। ਡਾਕਟਰ ਮਹਿਤਾ, ਤੁਸੀਂ ਪਿੰਡੂ ਖੇਤਰ 'ਚ ਕਰੋਨਾ ਮਹਾਮਾਰੀ ਦੇ ਦੌਰ 'ਚ ਬਹੁਤ ਵੱਡੀ ਸੇਵਾ ਕਰ ਰਹੇ ਹੋ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਇਸ ਮੁੱਦੇ ਤੇ ਜਵਾਬ ਲੈਣਾ ਚਾਹਾਂਗਾ ਕਿ ਇਸ ਵੇਲੇ ਜਿਹੜਾ ਸਾਡਾ ਪਿੰਡੂ ਖੇਤਰ ਆ, ਖਾਸ ਤੌਰ ਤੇ ਮਾਲਵਾ ਜਿਹੜਾ ਸਭ ਤੋਂ ਵੱਧ ਸ਼ਿਕਾਰ ਆ, ਤੇ ਮਾਲਵੇ 'ਚ ਤੁਸੀਂ ਸੇਵਾ ਨਿਭਾ ਰਹੇ ਹੋ ਮੈਡੀਕਲ ਲਾਈਨ ਦੇ ਵਿੱਚ, ਕਿਹੋ ਜਿਹੀ ਸਥਿਤੀ ਹੈ ਇਸ ਵੇਲੇ ਮਾਲਵੇ 'ਚ? ਐਕਚੁਅਲੀ ਸਰ, ਮਾਲਵੇ 'ਚ ਜਿਹੜੀ ਸਥਿਤੀ ਆ, ਜਿਸ ਦੌਰ ਦੇ ਵਿੱਚੋਂ ਅਸੀਂ ਲੰਘੇ ਆ, ਪਹਿਲਾਂ ਬਹੁਤ ਜ਼ਿਆਦਾ ਸੀਵੀਅਰ ਕੰਡੀਸ਼ਨਸ ਬਣ ਗਈਆਂ ਸੀ ਸਾਡੇ ਲਈ ਕੰਮ ਕਰਨਾ ਇੰਨਾ ਕੁ ਡਿਫੀਕਲਟ ਹੋ ਗਿਆ ਸੀ ਕਿ ਅਸੀਂ ਡੇ ਐਂਡ ਨਾਈਟ ਕੰਮ ਕੀਤਾ ਗਰਾਊਂਡ ਲੈਵਲ ਤੇ। ਤੁਸੀਂ ਦੇਖਿਆ ਹੋਊਗਾ ਜਿਸ ਟਾਈਮ ਲਾਕਡਾਊਨ ਲੱਗਿਆ ਸੀ, ਪ੍ਰਵਾਸੀ ਮਜ਼ਦੂਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਸਟੇਟ ਤੋਂ ਦੂਸਰੀ ਸਟੇਟ 'ਚ ਟਰੈਵਲ ਕਰ ਰਹੇ ਸੀ। ਫਿਰ ਉਹਨਾਂ ਨੂੰ ਟਰੈਵਲ ਕਰਨ ਲਈ ਸਟੇਟ ਦੀ ਜ਼ਰੂਰਤ ਪੈ ਰਹੀ ਸੀ, ਤੇ ਸਾਡੇ ਕੋਲ ਉਸ ਟਾਈਮ ਹੋਸਪਿਟਲ ਦੇ ਵਿੱਚ CHC ਜਿਹੜੇ ਕਮਿਊਨਿਟੀ ਹੈਲਥ ਸੈਂਟਰਸ ਹੈਗੇ, ਉੱਥੇ ਹਜ਼ਾਰ ਪ੍ਰਵਾਸੀ ਪੇਸ਼ੈਂਟ ਡਿਊਰਿੰਗ ਕੋਵਿਡ ਜਿਹੜੇ ਮਜ਼ਦੂਰ ਜਿਹੜੇ ਆ ਉਹ ਇਕੱਠੇ ਹੋਏ ਜਸਟ ਫਾਰ ਦੇਅਰ ਸਰਟੀਫਿਕੇਟਸ। ਉਸ ਦੌਰਾਨ ਅਸੀਂ ਉਹਨਾਂ ਦੇ ਸਰਟੀਫਿਕੇਟ ਬਣਾਏ, ਤੇ ਐਕਚੁਅਲੀ ਉਹਨਾਂ ਦੀਆਂ ਤਕਲੀਫਾਂ ਦੇਖ ਕੇ ਸਾਨੂੰ ਕਹਿੰਦਾ ਮਤਲਬ ਅੰਦਰੋਂ ਹੀ ਦਿਲੋਂ ਇੱਕ ਹੋਰ ਮਿਹਨਤ ਕਰਨ ਦੀ ਇੱਛਾ ਹੋਈ ਕਿ ਅਸੀਂ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਆਪਾਂ ਵੱਧ ਤੋਂ ਵੱਧ ਕਿਸ ਤਰ੍ਹਾਂ ਸੇਵਾ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਉਹਨਾਂ ਨੂੰ ਭੇਜਣ ਤੋਂ ਬਾਅਦ ਅਸੀਂ ਫਿਰ ਸਾਡੇ ਉੱਤੇ ਨਵੀਂ ਤੋਂ ਨਵੀਂ ਜਿਹੜੀ ਪ੍ਰੋਬਲਮ ਆਈ, ਜਿਵੇਂ ਕਿ ਜਦੋਂ ਟੈਸਟਿੰਗ ਅਸੀਂ ਸਟਾਰਟ ਕੀਤੀ ਕੋਵਿਡ ਦੀ, ਸਾਨੂੰ 8 ਤੋਂ 10 ਘੰਟੇ ਲਗਾਤਾਰ ਕਿਟਸ ਪਾਉਣੀਆਂ ਪਈਆਂ। ਬਹੁਤ ਜ਼ਿਆਦਾ ਸਵੀਅਰ ਕਹਿੰਦਾ ਮਤਲਬ ਸਵੈਟਿੰਗ ਹੋਈ, ਪਸੀਨਾ ਹੋਇਆ। ਤੁਸੀਂ ਦੇਖੋ ਕਿ ਬਹੁਤ ਸਾਡੀ ਜਿਹੜੀਆਂ ਬਹੁਤ ਸਾਰੀਆਂ CHO ਸੀਗੀਆਂ, ਉਹ ਬੇਹੋਸ਼ ਹੋ ਕੇ ਵੀ ਡਿੱਗ ਜਾਂਦੀਆਂ ਸੀ ਗਰਾਊਂਡ ਲੈਵਲ ਤੇ। ਅਸੀਂ ਉਹਨਾਂ ਨੂੰ ਸਹਾਰਾ ਦਿੰਦੇ, ਉਹਨਾਂ ਨੂੰ ਖੜੇ। ਡਾਕਟਰ ਸਾਹਿਬ ਤੁਸੀਂ ਬੜੀ ਜਿੱਦਾਂ ਕਹਿ ਰਿਹਾ ਕਿ ਤੁਹਾਡੀ ਟੀਮ ਸਾਰੇ ਤੁਸੀਂ ਬੜੀ ਮਿਹਨਤ ਕਰ ਰਹੇ ਹੋ,
ਮੈਂ ਇੱਕ ਸਵਾਲ ਜਿਹੜਾ ਹੈਗਾ ਆਪਾਂ ਹਾਂਜੀ। ਫਿਰ ਬ੍ਰੇਕ ਲਵਾਂਗੇ, ਇੱਕ ਛੋਟਾ ਜਿਹਾ ਮੈਂ ਜਵਾਬ ਜ਼ਰੂਰ ਲੈਣਾ ਚਾਹਾਂਗਾ। ਇਸ ਵੇਲੇ ਮਾਲਵਾ ਹਾਂਜੀ। ਖੇਤਰ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਕਰੋਨਾ ਦੀ ਕਿੱਡੀ ਕੁ ਵੱਡੀ ਮਾਰ ਪੈ ਰਹੀ ਹੈ ਜਾਂ ਕੋਈ ਠੱਲ ਪੈਂਦੀ ਨਜ਼ਰ ਆ ਰਹੀ ਹੈ? ਤੁਸੀਂ ਟੈਸਟ ਕਰ ਰਹੇ ਹੋ, ਹਾਂਜੀ ਹਾਂਜੀ ਟੀਕਾਕਰਨ ਕਰ ਰਹੇ ਹੋ, ਹਾਂਜੀ ਹਾਂਜੀ ਇਸ ਵੇਲੇ ਕਿਹੋ ਜਿਹੀ ਸਥਿਤੀ ਹੈ ਮਾਲਵਾ 'ਚ? ਇਸ ਟਾਈਮ ਸਰ ਮਾਲਵਾ ਸਥਿਤੀ ਸਟੇਬਲ ਹੋ ਚੁੱਕੀ ਹੈਗੀ ਤੇ ਜਿਹੜੇ ਕੇਸਿਸ ਪਹਿਲਾਂ ਆ ਰਹੇ ਸੀ ਸਾਡੇ ਕੋਲ, ਜਿਵੇਂ ਡਿਸਟ੍ਰਿਕਟ ਬਠਿੰਡਾ ਦੇ ਵਿੱਚ 600 ਜਾਂ 700 ਕੇਸਿਸ ਡੇਲੀ ਪੋਜ਼ਿਟਿਵ ਆ ਰਹੇ ਸੀ, ਹੁਣ ਉਹ ਘੱਟ ਬਿਲੋ 300 ਆ ਗਏ ਨੇ। ਤੇ ਜਿਵੇਂ ਆਪਣਾ Okay. ਬਲਾਕ ਭਗਤ ਇੱਥੇ ਵੀ ਕਾਫੀ ਡਾਊਨ ਆ ਗਏ ਨੇ ਹੁਣ ਕੇਸਿਸ, ਤੇ ਥੋੜਾ ਜਿਹਾ ਰਿਲੀਫ ਮਹਿਸੂਸ ਹੁੰਦਾ ਹੈਗਾ ਕਿ ਕੰਮ ਕੋਵਿਡ ਦੀ ਜਿਹੜੀ ਸੈਕਿੰਡ ਵੇਵ ਆ ਇਹ ਜਾ ਰਹੀ ਹੈਗੀ, ਤੇ ਜਿਹੜੀ ਕਿ ਪਿਛਲੇ 2 ਮਹੀਨਿਆਂ ਤੋਂ ਕਾਫੀ ਜ਼ਿਆਦਾ ਹਾਈ ਫਾਈ ਚੱਲ ਰਹੀ ਸੀ। ਜੀ, ਹਾਂਜੀ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਇੱਕ ਸਵਾਲ ਹੋਰ, ਆਖਰ ਬਹੁਤ ਵੱਡੇ ਭਰਮ ਭੁਲੇਖੇ ਪਿੰਡਾਂ 'ਚ ਕਰੇ ਜਾਂਦੇ ਆ, ਟੋਟਕੇ ਛੱਡੇ ਜਾਂਦੇ ਆ, ਕੀ ਪਿੰਡਾਂ ਦੇ ਲੋਕ ਉਹਨਾਂ ਟੋਟਕਿਆਂ ਤੋਂ, ਭਰਮ ਭੁਲੇਖਿਆਂ ਤੋਂ ਬਾਹਰ ਆ ਰਹੇ ਆ, ਜਾਂ ਉਹਦਾ ਨੁਕਸਾਨ ਹੋ ਰਿਹਾ ਹੈ ਜੋ ਟੋਟਕੇ ਚਲਾਏ ਜਾ ਰਹੇ ਆ, ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਆ, ਜਿੱਦਾਂ ਡਾਕਟਰ ਗਰਗ ਸਾਹਿਬ ਨੇ ਪਹਿਲਾਂ ਕਿਹਾ? ਜਿਸ ਤਰ੍ਹਾਂ ਸਰ ਪਿਛਲੇ ਸਾਲ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਸੀ ਕਿ ਉਹ ਲੋਕ ਗਰਾਊਂਡ ਲੈਵਲ ਤੇ ਕੋਵਿਡ ਨੂੰ ਮੰਨ ਨਹੀਂ ਸੀ ਰਹੇ, ਕਿ ਈਵਨ ਸਾਡੀਆਂ ਟੀਮਸ ਜਿਹੜੀਆਂ ਗਰਾਊਂਡ ਲੈਵਲ ਤੇ ਜਾਂਦੀਆਂ ਸੀ ਉਹਨਾਂ ਨੂੰ ਵੀ ਉਹ ਕਿ ਗਲਤ ਵਰਡਿੰਗ ਬੋਲਦੇ ਸੀ ਲੋਕ। ਤੇ ਹੁਣ ਕਹਿਣ ਦਾ ਮਤਲਬ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਹੈਗਾ ਤੇ ਲੋਕ ਸਾਡੇ ਨਾਲ ਹੈਲਪ ਕਰਦੇ ਹੈਗੇ ਕਿ ਹਾਂਜੀ ਨਹੀਂ ਅਸੀਂ ਟੈਸਟ ਕਰਵਾਵਾਂਗੇ, ਤੇ ਉਹ ਟੈਸਟਿੰਗ ਲਈ ਆਪਣੇ ਆਪ ਅੱਗੇ ਆ ਰਹੇ ਨੇ। ਜੀ, Hello. ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਮਿਹਰਬਾਨੀ। ਹੁਣ ਲੈਣੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਮਾਨਵਤਾ ਦੀ ਸੇਵਾ ਲਈ ਜਿਹੜੀਆਂ ਸਮਾਜਿਕ ਜਥੇਬੰਦੀਆਂ ਤਾਂ ਕੰਮ ਕਰ ਹੀ ਰਹੀਆਂ, ਸਰਕਾਰਾਂ ਦੀ ਜ਼ਿੰਮੇਵਾਰੀ ਕਿੱਦਾਂ, ਮੌਜੂਦਾ ਦੀ ਸਥਿਤੀ, ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ ਆਪਣੇ ਖਾਸ ਮਹਿਮਾਨਾਂ ਦੇ ਨਾਲ। ਨਿੱਕੀ ਜਿਹੀ ਬ੍ਰੇਕ ਦੇ ਬਾਅਦ ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਸਬਰਵਾਲ ਜੀ, ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਜਿਹੜੇ ਪੀੜਤ ਮਰੀਜ਼ ਪਰਿਵਾਰ ਹੈ, ਕਿੱਦਾਂ ਉਹਨਾਂ ਲਈ ਹਸਪਤਾਲ ਖੜਾ ਕੀਤਾ, ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹਣਗੇ। ਆਖਰਕਾਰ ਇੱਕ ਪਾਸੇ ਜਿੱਦਾਂ ਗਰਗ ਸਾਹਿਬ ਨੇ ਵੀ ਕਿਹਾ ਸਰਕਾਰ ਦਾ ਸਿਸਟਮ ਹੈ, ਇੱਕ ਪਾਸੇ ਮਾਨਵਤਾ ਦੀ ਸੇਵਾ ਦੀ ਗੱਲ ਹੈ, ਕਿੰਨਾ ਕੁ ਅੰਤਰ ਲੋਕੀ ਮਹਿਸੂਸ ਕਰਦੇ ਆ ਜਦੋਂ ਤੁਹਾਡੇ ਕੋਲੇ ਆਉਂਦੇ ਆ? ਜੀ ਸਬਰਵਾਲ ਜੀ, ਜਦੋਂ ਪੇਸ਼ੈਂਟ ਸਾਡੇ ਕੋਲ ਪਹੁੰਚਦੇ ਆ ਜੀ, ਇੱਥੇ ਉਹਨਾਂ ਨੂੰ ਜਿੱਥੇ ਇੱਕ ਟ੍ਰੀਟਮੈਂਟ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ, ਉਸ ਦੇ ਨਾਲ ਹੀ ਸਾਡਾ ਇੱਕ ਸੇਵਾ ਦਾ ਭਾਵ ਉਹਨਾਂ ਦੇ ਨਾਲ ਜੁੜਿਆ ਹੋਇਆ। ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਦੀ ਸਾਰੀ ਜਿਤਨੇ ਅੱਛੇ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਪਾਇਸ ਸੋਲਸ ਜਿਹੜੀਆਂ ਨੇ, ਉਹ ਸਾਡੇ ਨਾਲ ਜੁੜੀਆਂ ਨੇ। ਔਰ ਇਹ ਜੇ ਟ੍ਰੀਟਮੈਂਟ ਹੋ ਰਹੇ ਜਾਂ ਉਹਨਾਂ ਦਾ ਖਾਣਾ ਪੀਣਾ ਹਰ ਚੀਜ਼ ਦਿਲ ਤੋਂ ਸੇਵਾ ਉਹਨਾਂ ਦੀ ਅਸੀਂ ਲੋਕੀ ਕਰ ਰਹੇ ਹਾਂ। ਜਦ ਕਿ ਅੱਜ ਦੇ ਡੇਟ ਦੇ ਵਿੱਚ ਜੋ ਗੌਰਮੈਂਟ ਤੇ ਪ੍ਰਾਈਵੇਟ ਹਸਪਤਾਲ ਦੀਆਂ ਅਗਰ ਤੁਸੀਂ ਐਮਰਜੈਂਸੀ 'ਚ ਚਲੇ ਜਾਓ ਤੇ ਉੱਥੇ ਤੁਸੀਂ ਜਾ ਕੇ ਹਾਲ ਦੇਖ ਲਓ, ਪੇਸ਼ੈਂਟ ਪਏ ਹੋਏ ਆ ਟਰਾਲੀਆਂ ਤੇ 4-4 ਘੰਟੇ, ਪੇਸ਼ੈਂਟ ਨੂੰ ਅਟੈਂਡੈਂਟ ਨਹੀਂ ਆ ਰਿਹਾ, ਤੇ ਜੇ ਅਟੈਂਡੈਂਟ ਆ ਰਿਹਾ, ਡਾਕਟਰ ਆ ਰਿਹਾ, ਉਹ ਦਵਾਈ ਕਹਿ ਕੇ ਜਾਂਦਾ ਇੰਜੈਕਸ਼ਨ ਲਾਓ, ਫਿਰ 2 ਘੰਟੇ ਇੰਜੈਕਸ਼ਨ ਲਾਉਣ ਨਹੀਂ ਕੋਈ ਆ ਰਿਹਾ। ਇੱਥੇ ਜਦੋਂ ਤੁਸੀਂ ਆਓ, ਇੱਕ ਪਰਸਨਲ ਟੱਚ ਜਿਹੜਾ ਸਾਨੂੰ, ਜੋ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਦਾਤ ਦਿੱਤੀ ਕਿ ਅਗਰ ਸੰਗਤ ਦੀ ਸੇਵਾ ਕਰੋਗੇ ਤਾਂ ਹੀ ਜੀਵਨ ਤੁਹਾਡਾ ਸੱਚਾ ਸੁੱਚਾ ਬਣ ਸਕਦਾ। ਤੇ ਉਹ ਇੱਕ ਪਰਸਨਲ ਟੱਚ ਕਰਕੇ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਜਿੱਥੇ ਹੁਣ ਅੱਜ ਦੀ ਡਿਟੇਲ ਤੁਸੀਂ ਦੇਖ ਲਓ 32-16 ਦੇ ਵਿੱਚ, ਉੱਥੇ 50% ਬੈੱਡ ਉਹਨਾਂ ਦੇ ਹੁਣ ਖਾਲੀ ਹੋ ਚੁੱਕੇ ਆ। ਪਰ ਤੁਸੀਂ ਵਿਜ਼ਿਟ ਕਰੋ, ਮੈਂ ਤੁਹਾਨੂੰ ਇਨਵਾਈਟ ਕਰਨਾ, ਇੱਥੇ 50 ਦੇ 50 ਬੈੱਡ ਭਰੇ ਹੋਏ ਆ। ਔਰ ਈਵਨ ਕਿ ਮੈਂ ਨਾਮ ਨਹੀਂ ਲਵਾਂਗਾ ਕਿ ਕੁਝ ਹਾਈ ਕੋਰਟ ਦੇ ਜਿਹੜੇ ਸੀਨੀਅਰ ਜੱਜ ਜਿਹੜੇ ਨੇ, ਕੋਈ ਪੁਲਿਸ ਦੇ ਬੜੇ ਵੱਡੇ ਅਫਸਰ ਨੇ, ਉਹਨਾਂ ਦੇ ਵੀ ਰਿਲੇਟਿਵ, ਮਦਰ ਇਹ ਵਗੈਰਾ, ਉਹ ਵੀ ਪ੍ਰਾਈਵੇਟ ਹਸਪਤਾਲ ਛੱਡ ਕੇ ਸਾਡੇ ਸੈਂਟਰ ਵਿੱਚ ਆ ਕੇ ਪ੍ਰੈਫਰ ਕਰ ਰਹੇ ਨੇ ਵੀ ਅਸੀਂ ਇੱਥੇ ਇਹਨਾਂ ਦਾ ਇਲਾਜ ਕਰਾਉਣਾ, ਐਡਮਿਟ ਕਰਨਾ। ਸਬਰਵਾਲ ਜੀ, ਇਲਾਜ ਦੀ ਗੱਲ ਕਰ ਰਹੇ ਹੋ, ਬਹੁਤ ਵੱਡਾ ਪਰਸਨਲ ਟੱਚ ਤੁਸੀਂ ਕਹਿ ਰਹੇ ਹੋ। ਇੱਕ ਹੋਰ ਸਵਾਲ ਜਿਹੜਾ ਮਰੀਜ਼ਾਂ ਦੇ ਲਈ, ਜਿਵੇਂ ਸਧਾਰਨ ਮਰੀਜ਼ਾਂ ਲਈ ਬਹੁਤ ਵੱਡਾ ਸਵਾਲ ਹੁੰਦਾ ਹੈ, ਖਰਚਾ ਦੀ ਗੱਲ ਵੀ ਹੁੰਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਜਿਹੜੇ ਹਸਪਤਾਲ ਹੈ, ਪ੍ਰਾਈਵੇਟ ਹਸਪਤਾਲ ਜਿਹੜੇ, ਖਾਸ ਤੌਰ ਤੇ ਉੱਥੇ ਕਿ ਬਹੁਤ ਵੱਡੇ ਬਿੱਲ ਆਉਂਦੇ ਆ, ਜੇ ਮਰੀਜ਼ ਠੀਕ ਵੀ ਹੋ ਜਾਂਦਾ ਤਾਂ ਬਿੱਲ ਚੁਕਾਉਣੇ ਮੁਸ਼ਕਲ ਹੋ ਜਾਂਦੇ ਆ। ਤੁਸੀਂ ਜਿਹੜੀ ਮਾਨਵਤਾ ਦੀ ਸੇਵਾ ਕਰ ਰਹੇ ਹੋ, ਉੱਥੇ ਕਿੰਨਾ ਕੁ ਵੱਡਾ ਖਰਚਾ ਪੈਂਦਾ ਇੱਕ ਮਰੀਜ਼ ਦੇ ਉੱਤੇ? ਨਹੀਂ ਜੀ, ਇੱਥੇ ਖਰਚਾ ਕੋਈ ਨਹੀਂ ਜੀ, ਇੱਥੇ ਟੋਟਲ ਗੁਰੂ ਨਾਨਕ ਦਾ ਲੰਗਰ ਹੈਗਾ ਜੀ। ਇੱਥੇ 1 ਰੁਪਈਆ ਤੇ ਬਹੁਤ ਵੱਡੀ ਗੱਲ ਹੈ, 1 ਪੈਸਾ ਵੀ ਕਿਸੇ ਕੋਲ ਨਹੀਂ ਲੈਂਦੇ। ਅਸੀਂ ਤਾਂ ਅਸੀਸਾਂ ਦੇ ਵਾਸਤੇ ਕੰਮ ਕਰਦੇ ਹਾਂ, ਕਿਉਂਕਿ ਜਿੰਨੀਆਂ ਅਸੀਸਾਂ ਮਿਲਦੀਆਂ ਸਾਨੂੰ ਉਹਨਾਂ ਬਲ ਸਤਿਗੁਰੂ ਦਿੰਦੇ ਆ। ਈਵਨ ਕਿ ਮੈਂ ਤੁਹਾਨੂੰ, ਤੁਸੀਂ ਸੁਣ ਕੇ ਹੈਰਾਨ ਰਹੋਗੇ,
ਸਾਡੇ ਕੋਈ 50% ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਐਂਟੀਬਾਇਓਟਿਕ ਸਟੀਰੋਇਡ ਦਿੰਦੇ ਆ, ਔਰ ਇੱਕ ਇੰਜੈਕਸ਼ਨ ਜਿਹੜਾ 1500 ਰੁਪਏ ਦਾ, ਔਰ 3 ਇੰਜੈਕਸ਼ਨ ਇੱਕ ਪੇਸ਼ੈਂਟ ਨੂੰ ਪਰ ਡੇ ਲੱਗਦੇ ਨੇ। ਅਸੀਂ ਕਈ ਪੇਸ਼ੈਂਟ ਚਾਹੁੰਦੇ ਆ ਵੀ ਅਸੀਂ ਦੇਣਾ ਚਾਹੁੰਦੇ ਆ, ਪਰ ਅਸੀਂ ਨਹੀਂ ਲੈਂਦੇ ਕਿਉਂਕਿ ਸਾਨੂੰ ਸੰਗਤ ਬਹੁਤ ਪਿਆਰ ਕਰ ਰਹੀ ਹੈ, ਔਰ ਸੰਗਤ ਇੱਕ ਕਾਜ਼ ਵਾਸਤੇ ਅਗਰ ਸਾਨੂੰ ਫੰਡ ਦੇ ਰਹੀ ਹੈ ਤੇ ਅਸੀਂ ਚਾਹੁੰਦੇ ਆ ਵੀ ਉਹ ਪੂਰੇ ਦੇ ਪੂਰੇ ਫੰਡ ਜਿਹੜੇ ਨੇ ਸੰਗਤਾਂ ਵਾਸਤੇ ਖਰਚੀ। ਇੱਥੇ ਇੱਕ ਪੈਸਾ ਵੀ ਨਹੀਂ ਕਿਸੇ ਦਾ ਲੱਗਦਾ। ਬਹੁਤ ਵੱਡੀ ਸੇਵਾ ਦੀ ਤੁਸੀਂ ਗੱਲ ਕਰ ਰਹੇ ਹੋ ਸਬਰਵਾਲ ਸਾਹਿਬ। ਅਕਸਰ ਜਿਹੜੇ ਹੈਗੇ ਕਈਆਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਪੈਸਾ ਆਉਂਦਾ ਹੈ ਇੱਧਰ ਉੱਧਰੋਂ ਪਤਾ ਨਹੀਂ ਕਿੱਧਰੋਂ ਆਉਂਦਾ, ਆਡਿਟ ਨਹੀਂ ਹੁੰਦਾ, ਜਾਂ ਕੁਝ NGO ਇਦਾਂ ਦੀਆਂ ਜਿਹੜੀਆਂ ਸਰਵਿਸ ਲਈ ਕੰਮ ਕਰਦੀਆਂ ਪੈਸਾ ਇਕੱਠਾ ਕਰਨ ਲਈ, ਪਰ ਤੁਹਾਡੀ ਇੱਕ ਆਰਗੇਨਾਈਜੇਸ਼ਨ ਜਿਹਦਾ ਤੁਸੀਂ ਮੈਸੇਜ ਦੇ ਰਹੇ ਹੋ ਕਿ ਇੱਕ ਸਿੰਗਲ ਪੈਨੀ ਜਿਹੜਾ ਹੈ ਕਿ ਪੈਸਾ ਤੁਸੀਂ ਨਹੀਂ ਲੈਂਦੇ ਔਰ ਮਰੀਜ਼ਾਂ ਦੀ ਸੇਵਾ ਕਰਦੇ ਹੋ। ਡਾਕਟਰ ਸਾਹਿਬ, ਜਦੋਂ ਪੈਸੇ ਦੀ ਆਪਾਂ ਗੱਲ ਕਰਦੇ ਹਾਂ ਫਿਰ ਆਮ ਸੰਗਤ ਜਿਹੜੀ ਹੈਗੀ, ਆਮ ਸੰਗਤ ਦੇ ਮਦਦ ਦੇ ਨਾਲ ਚੱਲ ਰਿਹਾ ਤੁਹਾਡਾ ਸਾਰਾ ਸਿਸਟਮ? ਪੂਰੇ ਦਾ ਪੂਰਾ ਸਿਸਟਮ A to Z ਤੱਕ। ਉਹ ਮੈਨੂੰ ਮਾਣ ਹੈ ਕਿ ਸਾਨੂੰ ਨਾ ਹਰ ਕੌਮ, ਹਰ ਧਰਮ, ਹਰ ਰਿਲੀਜਨ ਦੇ ਬੰਦੇ ਸਾਨੂੰ ਬਲੈਸ ਕਰ ਰਹੇ ਨੇ ਆ ਕੇ, ਜਿੱਥੇ ਆ ਕੇ ਇੱਥੇ ਹੱਥੀਂ ਸੇਵਾ ਕਰਦੇ ਨੇ ਤੇ ਉੱਥੇ ਆਪਣੇ ਜਿਹੜੇ ਦਸਵੰਧ ਨੇ ਉਹ ਵੀ ਸਫਲਾ ਕਰ ਰਹੇ ਨੇ। ਰੀਸੈਂਟਲੀ ਪੰਚਕੂਲਾ ਦੀ ਇੱਕ ਫੈਮਿਲੀ ਨੇ 22 ਲੱਖ ਦੀ ਐਂਬੂਲੈਂਸ ਇੱਥੇ ਸਰਵਿਸ ਦੇ ਕੇ ਉਹਨਾਂ ਨੇ ਪਰਸੋਂ ਹੀ ਸਾਨੂੰ ਇੱਕ ਡੋਨੇਟ ਕੀਤੀ ਹੈ। ਇਸ ਤਰ੍ਹਾਂ ਮਤਲਬ ਅਣਗਿਣਤ ਲੋਕ ਨੇ ਜਦੋਂ ਇੱਥੇ 3 ਘੰਟੇ 4 ਘੰਟੇ ਬੈਠਦੇ ਆ, ਦੇਖਦੇ ਆ ਵੀ ਕਿਸ ਤਰ੍ਹਾਂ ਕਿਸ ਸਿਸਟਮ ਨਾਲ ਇੱਥੇ ਸੇਵਾ ਕਰ ਰਹੇ ਤੇ ਉਹ ਆਪਣੇ ਦਸਵੰਧ ਦੇ ਵਿੱਚੋਂ ਵੱਧ ਤੋਂ ਵੱਧ ਇੱਥੇ ਆ ਕੇ ਆਪਣੇ ਦਸਵੰਧ ਸਫਲ ਕਰ ਰਹੇ। ਜੀ ਓਕੇ, ਥੈਂਕ ਯੂ ਵੈਰੀ ਮਚ। ਕਮਲਜੀਤ ਜੀ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਮਾਨਵਤਾ ਦੀ ਸੇਵਾ ਦੀ ਗੱਲ ਕਰ ਰਹੇ ਹਾਂ, ਬ੍ਰੇਕ ਤੋਂ ਪਹਿਲਾਂ ਵੀ ਇਹ ਸਵਾਲ ਉੱਠਦਾ ਹੈ, ਕੁਝ ਹੁਣ ਵੀ ਇਸ ਮੁੱਦੇ ਤੇ ਗੱਲ ਹੁੰਦੀ ਹੈ ਕਿ ਜਿਹੜੀਆਂ NGO ਹੈਗੀਆਂ, ਇੱਕ ਪਾਸੇ ਤਾਂ ਸਬਰਵਾਲ ਇਹਨਾਂ ਦੀਆਂ ਆਰਗੇਨਾਈਜੇਸ਼ਨ ਹੈ, ਕੁਝ NGO ਹੈਗੀਆਂ ਸਿਰਫ ਆਪਣੀ ਬੱਲੇ ਬੱਲੇ ਕਰਾਉਣ ਲਈ ਜਾਂ ਕੁਝ ਹੋਰ ਉਹਨਾਂ ਦਾ ਪੋਲੀਟੀਕਲ ਮੰਤਵ ਹੁੰਦਾ ਹੈ। ਮਾਨਵਤਾ ਦੀ ਸੇਵਾ ਦਾ ਬਿਲਕੁਲ ਸਲੂਟ ਹੈ ਜੋ ਕਰ ਰਹੇ ਹੈ, ਪਰ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਤੌਰ ਤੇ ਕੁਝ ਗੇਨ ਕੀਤਾ ਜਾ ਰਿਹਾ ਹੈ, ਉਹ ਜਿਹੜਾ ਅਸਲ ਮਕਸਦ ਹੈ ਲੋਕਾਂ ਨੂੰ ਉਸ ਤੋਂ ਭਟਕਾਉਣ ਵਾਲੇ ਪਾਸੇ ਵੱਲੋਂ ਲੈ ਜਾਂਦੀਆਂ ਇਹੋ ਜਿਹੀਆਂ ਗੱਲਾਂ। ਕਮਲਜੀਤ ਜੀ, ਤੁਸੀਂ ਠੀਕ ਕਹਿ ਰਹੇ ਹੋ। ਇਹੋ ਜਿਹੀਆਂ NGOs ਹੀ ਨੇ ਜਿਹੜੀਆਂ ਸਿਸਟਮ ਨੂੰ ਬਹੁਤ ਬਦਨਾਮ ਕਰਦੀਆਂ ਨੇ, ਲੇਕਿਨ ਬੜੀ ਜਲਦੀ ਐਸੀਆਂ NGOs ਨੇ ਇਹ ਪਬਲਿਕ ਲਾਈਮਲਾਈਟ ਵਿੱਚ ਆ ਜਾਂਦੀਆਂ, ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਇਹਨਾਂ ਦਾ ਮੋਟਿਵ ਕੀ ਹੈ, ਇਹ ਕਰਨਾ ਕੀ ਚਾਹੁੰਦੇ ਨੇ, ਇਹਨਾਂ ਦੇ ਪੋਲੀਟੀਕਲ ਮੋਟਿਵ ਹੈ ਜਾਂ ਇਹਨਾਂ ਦਾ ਪੈਸਾ ਇਕੱਠਾ ਕਰਨਾ ਮੋਟਿਵ ਹੈ ਜਾਂ ਇਹਨਾਂ ਦੀ ਸਿਰਫ ਵਾਹ ਕਰਨੀ ਮੋਟਿਵ ਹੈ। ਪਰ ਉੱਥੇ ਹੀ ਮੈਂ ਇੱਕ ਗੱਲ ਨੂੰ ਬਹੁਤ ਸਟ੍ਰੈਸ ਦੇ ਕੇ ਕਹਿ ਰਿਹਾ ਕਿ ਦੂਜੇ ਪਾਸੇ ਜਿੱਥੇ ਸਰਕਾਰ ਦਾ ਜਿਹੜਾ ਫਰਜ਼ ਸੀ, ਕੁਝ ਐਸੀ NGOs ਵੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਸੇਵਾ, ਕਈ ਰੋਟੇਰੀਅਨਸ ਨੇ ਕੀਤੀ ਹੈ, ਕਈ ਲਾਇਰਸ ਨੇ ਕੀਤੀ ਹੈ, ਕਈ ਹੋਰ ਸੰਸਥਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਕੋਈ ਇੱਕ ਪੈਸਾ ਵੀ ਕਿਸੇ ਤੋਂ ਨਹੀਂ ਲਿੱਤਾ, ਕੋਈ ਗੁਪਤ ਜੋ ਮਰਜ਼ੀ ਕਰ ਜਾਏ, ਇਹਨਾਂ ਨੇ ਪੈਸਾ ਨਹੀਂ ਮੰਗਿਆ। ਔਰ ਕਿਆ ਸੇਵਾ ਦੀ ਉੱਥੇ ਭਾਵਨਾ ਹੈ। ਮੈਂ ਸਬਰਵਾਲ ਸਾਹਿਬ ਦਾ ਮੈਂ ਪਰਸਨਲੀ ਦੇਖ ਕੇ ਆਇਆ, ਜਿਸ ਹਿਸਾਬ ਨਾਲ ਉੱਥੇ ਸੇਵਾ 24 ਘੰਟੇ ਹੋ ਰਹੀ ਹੈ, ਮੇਰਾ ਖਿਆਲ ਹੈ ਕਿ ਮੈਂ ਕਦੀ ਐਸੀ ਸੇਵਾ PGI ਜਾਂ ਫੋਰਟਿਸ ਵਰਗੇ ਹਸਪੀਟਲ ਜਿੱਥੇ ਰੋਜ਼ ਦੀ 25 ਤੋਂ 30 ਹਜ਼ਾਰ ਰੁਪਈਆ ਜਾਂ ਜਿੰਨੀ ਵੀ ਕਹਿ ਲਵੋ ਕਿ ਇੰਨਾ ਉਹ ਚਾਰजेस ਕਰਦੇ ਨੇ, ਐਸੀ ਸੇਵਾ, ਐਸਾ ਪਰਸਨਲ ਟੱਚ, ਔਰ ਇਹ ਸਾਰੀ ਸੇਵਾ ਹੋ ਰਹੀ ਹੈ ਗੁਰੂ ਦੇ ਨਾਮ ਦੇ ਉੱਤੇ। ਇਹ ਗੁਰੂ ਕੋਈ ਵੀ ਹੋ ਸਕਦਾ ਹੈ, ਇਹ ਗੁਰੂ ਤੁਹਾਡਾ ਇਸ਼ਟ ਕੋਈ ਵੀ ਹੋ ਸਕਦਾ ਹੈ, ਇਹ ਮਸਜਿਦ ਵਿੱਚ ਵੀ ਗੁਰੂ ਮਿਲਦਾ ਹੈ, ਇਹ ਮੰਦਿਰ ਵਿੱਚ ਵੀ ਗੁਰੂ ਮਿਲਦਾ ਹੈ, ਇਹ ਗੁਰਦੁਆਰਾ ਸਾਹਿਬ ਵਿੱਚ ਵੀ ਗੁਰੂ ਮਿਲਦਾ ਹੈ। ਜਿਹੜੀ ਸੇਵਾ ਤੁਸੀਂ ਉਸ ਪਰਮਾਤਮਾ ਦੇ ਨਾਮ ਦੇ ਲੈ ਕੇ ਉਸ ਮਨੁੱਖਤਾ ਦੇ ਨਾਮ ਨਾਲ ਕਰ ਰਹੇ ਹੈਗੇ ਹੋ, ਇਹ ਸੇਵਾ ਜ਼ਰੂਰ ਗੁਰੂ ਆਪ ਬਖਸ਼ਦਾ ਹੈ ਔਰ ਗੁਰੂ ਇਸ ਸੇਵਾ ਨੂੰ ਪ੍ਰਵਾਨ ਕਰਦਾ ਹੈ। ਇੱਥੇ ਹੀ ਜਗਤਾਰ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਇਹ ਜਿਹੜੀਆਂ ਸੰਸਥਾਵਾਂ ਨੇ ਜਾਂ ਜਿਹੜੇ ਇੰਡੀਵਿਜੂਅਲਸ ਨੇ, ਇਹ ਕਿਸੇ ਰੈਕਗਨੀਸ਼ਨ ਕਰਕੇ ਕੋਈ ਸੇਵਾ ਨਹੀਂ ਕਰ ਰਹੇ। ਇਹਨਾਂ ਨੂੰ ਫਿਲਟਰ ਕਰਨਾ ਸਰਕਾਰ ਲਈ ਵੀ ਬੜਾ ਈਜ਼ੀ ਹੈ, ਔਰ ਜੇ ਸਾਡੇ ਵਰਗੇ ਆਮ ਬੰਦਿਆਂ ਨੂੰ ਪਤਾ, ਅਸੀਂ ਫਿਲਟਰ ਕਰ ਸਕਦੇ ਹਾਂ ਵੀ ਕਿਹੜੀਆਂ NGOs ਨੇ ਜਿਹੜੀਆਂ ਸਾਹਮਣੇ ਆ ਕੇ ਮਨੁੱਖਤਾ ਦੀ ਸੇਵਾ ਕਰ ਰਹੀਆਂ, ਮਾਨਵਤਾ ਦੀ ਸੇਵਾ ਕਰ ਰਹੀਆਂ। ਉੱਥੇ ਹੀ ਮੈਂ ਸਮਝਦਾ ਕਿ ਸਰਕਾਰ ਦਾ ਜੇ ਹੁਣ ਸਰਕਾਰ ਇੱਕ ਪਾਸੇ ਫੇਲ ਹੋ ਗਈ ਹੈ ਤਾਂ ਦੂਜੇ ਪਾਸੇ ਮੈਂ ਸਮਝਦਾ ਸਰਕਾਰ ਦਾ ਫਰਜ਼ ਹੈ ਇਹਨਾਂ ਦੀ ਰੈਕਗਨੀਸ਼ਨ ਬਣਾਏ, ਇਹਨਾਂ ਨੂੰ ਅੱਗੋਂ ਉਤਸ਼ਾਹ ਦੇ, ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖੇ, ਆਪਣੀ ਪਿੱਠ ਤੇ ਹੱਥ ਰੱਖੇ, ਤਾਂ ਕਿ ਜੇ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਇਹ ਮਾਨਵਤਾ ਦੀ ਅੱਗੇ ਸੇਵਾ ਕਰਨ ਦੇ ਲਈ, ਤੇ ਇਹਨਾਂ ਨੂੰ ਉਤਸ਼ਾਹ ਦਿੱਤਾ ਜਾਣਾ ਚਾਹੀਦਾ ਜੀ। ਇਹਨਾਂ ਨੂੰ ਅਵਾਰਡ ਦਿੱਤਾ ਜਾਣਾ ਚਾਹੀਦਾ। ਜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਡਾਕਟਰ ਗਰਗ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਜਿੱਦਾਂ ਕਮਲਜੀਤ ਜੀ ਨੇ ਕਿਹਾ, ਮੈਂ ਸਰਕਾਰਾਂ ਦੀ ਭੂਮਿਕਾ ਤੇ ਸਵਾਲ ਲਵਾਂਗਾ। ਕੇਵਲ ਇੰਨੀ ਜ਼ਿੰਮੇਵਾਰੀ ਨਹੀਂ ਹੁੰਦੀ ਸਰਕਾਰਾਂ ਦੀ ਕਿ ਕਦੇ ਲਾਕਡਾਊਨ ਕਰਤਾ ਤੇ ਕਦੇ ਅਨਲੌਕ ਕਰਤਾ।
ਬਹੁਤ ਵੱਡੀਆਂ ਸਮੱਸਿਆਵਾਂ ਹਾਂਜੀ ਕੋਰੋਨਾ ਮਹਾਮਾਰੀ ਦੀ ਜਿਹੜੀ ਮੌਜੂਦਾ ਹਾਂਜੀ ਚੁਣੌਤੀ ਹੈ ਉਹ ਤਾਂ ਹਾਈ ਹੈ। ਡਾਕਟਰ ਗਰਗ, ਤੁਸੀਂ ਮੇਰੇ ਨਾਲੋਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋ ਇਸ ਗੱਲ ਨੂੰ ਕਿ ਜਿਸ ਤਰੀਕੇ ਦੇ ਨਾਲ ਇਸ ਮਹਾਮਾਰੀ ਵਿੱਚ ਲੱਖਾਂ ਬੱਚੇ ਯਤੀਮ ਹੋਏ ਹੋਣਗੇ, ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਖੁੱਸ ਗਈ ਹੋਏਗੀ। ਆਖਰਕਾਰ ਉਹਨਾਂ ਲਈ ਵੀ ਕੋਈ ਯੋਜਨਾਬੱਧ ਢੰਗ ਨਾਲ ਸਰਕਾਰਾਂ ਨੂੰ ਪਲਾਨ ਕਰਨੀ ਚਾਹੀਦੀ ਹੈ, ਜਿਹੜੀ ਕਿ ਕਿਧਰੇ ਨਜ਼ਰ ਨਹੀਂ ਆ ਰਹੀ, ਸਵਾਏ ਮੀਡੀਆ ਦੇ ਵਿੱਚ ਤੇ ਹੋਰ ਬਿਆਨਬਾਜ਼ੀ ਤੇ ਤਸਵੀਰਾਂ ਖਿਚਵਾਉਣ ਤੋਂ ਇਲਾਵਾ। ਬੱਲੇ ਬੱਲੇ ਕਰੋ, ਬੱਲੇ ਬੱਲੇ ਜ਼ਿਆਦਾ, ਗਰਾਊਂਡ ਰਿਐਲਿਟੀ ਤੇ ਜਿਹੜਾ ਜਾ ਕੇ ਕੰਮ ਘੱਟ। ਡਾਕਟਰ ਗਰਗ। ਸਿੱਧੂ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ ਹੈ। ਜਿਹੜਾ ਅਸੀਂ ਜਿਵੇਂ ਜੇ 1947 ਦਾ ਅਸੀਂ ਦੇਖੀਏ, 10 ਸਾਲ ਲਗਾਤਾਰ ਇੱਕ ਮੁੜ ਵਸਾਊ ਮਹਿਕਮਾ ਬਣਿਆ ਰਿਹਾ, ਉਹ ਲੋਕਾਂ ਨੂੰ ਮੁੜ ਵਸੇਬੇ ਵਾਸਤੇ ਯਤਨ ਕਰਦਾ ਰਿਹਾ, ਤੇ ਹੁਣ ਐਡੀ ਵੱਡੀ ਇਹਦੇ ਵਿੱਚ ਮੈਂ ਕਹਾਂਗਾ ਵੀ ਮੌਤਾਂ ਹੋਈਆਂ ਨੇ, ਇੰਨੇ ਲੋਕ ਯਤੀਮ ਹੋਏ ਨੇ, ਇਹਦੇ 'ਚ ਰੀਹੈਬਲੀਟੇਸ਼ਨ ਜਿਹੜੀ ਆ ਬਹੁਤ ਵੱਡਾ ਇਸ਼ੂ ਹੈ। ਪਰ ਮੈਂ ਕਮਲਜੀਤ ਜੀ ਦੀ ਇੱਕ ਗੱਲ ਦੇ ਉੱਤੇ ਜ਼ਰੂਰ ਕਹਾਂਗਾ, ਇਹ ਨਹੀਂ ਹੈ, ਮੈਂ ਖੁਦ PGI 'ਚ ਰਹਿ ਕੇ ਆਇਆ 11 ਦਿਨ, ਮੈਨੂੰ ਵੀ ਕਰੋਨਾ ਹੋਇਆ ਸੀ। ਮੈਨੂੰ ਸੀਗਾ ਵੀ ਸ਼ਾਇਦ ਆਕਸੀਜਨ ਮੇਰੀ ਘਟ ਜਾਏਗੀ, 90 ਤੋਂ ਥੱਲੇ ਆ ਜਾਂਦੀ ਸੀ ਜਦੋਂ ਮੈਂ ਚੱਲਦਾ ਫਿਰਦਾ ਸੀ, ਧਰਤੀ 'ਤੇ ਆ ਜਾਂਦੀ ਸੀ। ਉੱਥੇ ਕੋਈ ਪੈਸਾ ਨਹੀਂ ਲੱਗਦਾ, ਇਹ ਗਲਤ ਸੂਚਨਾ ਹੈ। ਫੋਰਟਿਸ ਦਾ ਨੋਟਸ ਬੜੇ ਵੱਡੇ ਚਾਹੀਦੇ ਨੇ, PGI 'ਚ ਪੈਸੇ ਦਾ ਕੁਐਸਚਨ ਨਹੀਂ ਹੈ। PGI 'ਚ ਸਾਰੀ ਦਵਾਈ ਵੀ ਮੁਫਤ ਮਿਲਦੀ ਹੈ, ਕੋਈ ਤੋਂ ਪੈਸਾ ਨਹੀਂ ਲੈਂਦੇ। ਉਹ ਗੱਲ ਵੱਖਰੀ ਹੈ ਕਿ PGI 'ਚ ਰਸ਼ ਕਿਵੇਂ ਹੋਊਗਾ, ਕਿਵੇਂ ਹੋਊ। ਤੇ PGI ਦੇ ਜਿਹੜੇ ਮੈਂ ਕੋਵਿਡ ਵਾਰਡ ਦੇ ਜਿਹੜੇ ਕਲਾਸ 4 ਕਲਾਸ 3 ਇੰਪਲਾਈ ਦੇਖੇ ਜਾਂ ਡਾਈਟ ਵੰਡਣ ਵਾਲੇ, ਮੈਂ ਕਹਿੰਦਾ ਵੀ ਉਹ ਵੀ ਦੇਵਤਿਆਂ ਦੀ ਤਰ੍ਹਾਂ ਹੀ ਕੰਮ ਕਰਦੇ ਸੀ। ਇਹ ਠੀਕ ਹੈ ਜੋ ਸੰਭਰਵਾਲ ਸਾਹਿਬ ਨੇ ਕਿਹਾ ਹੈ ਕਿ ਇੱਕ ਤਾਂ ਸੇਵਾ ਦੇ ਵਿੱਚ ਇਹਨਾਂ 'ਚ ਹੰਕਾਰ ਦਾ ਮਤਲਬ ਕੋਈ ਨਹੀਂ। ਜਿਹੜਾ ਬੰਦਾ ਸੇਵਾ ਕਰਦਾ ਹੰਕਾਰ 'ਚ ਆ ਗਿਆ ਹੈ, ਉਹਦਾ ਤਾਂ ਸੇਵਾ ਨਿਫਲ ਹੋ ਗਈ, ਉਹ ਤਾਂ ਫਿਰ ਜਿਉਂ ਕੁੰਚ ਇਸ਼ਨਾਨ ਵਾਲੀ ਗੱਲ ਹੋ ਗਈ ਹੈ। ਸੋ ਇਸ ਕਰਕੇ ਉਹ ਸੇਵਾ ਦਾ ਤਾਂ ਮੁਕਾਬਲਾ ਹੋ ਹੀ ਨਹੀਂ ਸਕਦਾ। ਸਰਕਾਰੀ ਸਿਸਟਮ ਕਦੇ ਸੇਵਾ ਦਾ ਮੁਕਾਬਲਾ ਨਹੀਂ ਕਰ ਸਕਦਾ। ਪਰ PGI ਦੇ ਵਿੱਚ ਜਿਹੜਾ ਮਰੀਜ਼ਾਂ ਦਾ ਧਿਆਨ ਜਿੰਨਾ ਕੁ ਹੋ ਸਕਦਾ ਹੈ, ਜਿਹੜਾ ਥੱਲੇ ਵਾਲੇ ਸਟਾਫ ਦਾ, ਉਹ ਆਮ ਤੌਰ 'ਤੇ ਲੋਕ ਕਹਿੰਦੇ ਉਹ ਸਟਾਫ ਨਹੀਂ ਕਰਦਾ। ਮੈਂ ਕਹਿੰਦਾ ਉਹਨਾਂ ਨੂੰ ਜਰਾ ਵੀ ਝਿਜਕ ਨਹੀਂ। ਜਿੱਥੇ ਆਪਦਾ ਬੰਦਾ ਤੁਹਾਡਾ ਹੱਥ ਲਾਉਣ ਨੂੰ ਤਿਆਰ ਨਹੀਂ, ਤੁਹਾਡੇ ਨੇੜੇ ਖੜਨ ਨੂੰ ਤਿਆਰ ਨਹੀਂ, ਉਹ ਮਰੀਜ਼ ਗਿਰ ਗਿਆ ਉਹਨੂੰ ਚੱਕ ਕੇ ਮੰਜੇ 'ਤੇ ਪਾਉਂਦੇ ਨੇ, ਉਹਨੂੰ ਟਰਾਲੀ 'ਤੇ ਜਾ ਕੇ ਪਾ ਕੇ ਲੈ ਜਾਂਦੇ ਨੇ, ਫਿਰ 'ਤੇ ਬਿਠਾ ਕੇ ਲੈ ਕੇ ਜਾਂਦੇ ਨੇ, ਤੇ ਉਹਨੂੰ ਈਵਨ ਰੋਟੀ ਖਿਲਾਉਂਦੇ ਨੇ। ਕਈ ਵਾਰੀ ਗਲੂਕੋਜ਼ ਵਗੈਰਾ ਲਾਉਣਾ, ਆਕਸੀਜਨ ਲਾਉਣਾ ਤਾਂ ਰੂਟੀਨ ਹੈ ਕੰਮ ਉਹਨਾਂ ਦਾ। 10 ਕਰਦੇ ਨੇ ਜਿਹੜੀਆਂ ਸਟਾਫ ਨਰਸਾਂ ਨੇ, ਕਲਾਸ 4 ਨੇ, ਡਾਈਟ ਵਾਲੇ ਨੇ। ਸੋ ਇੱਕ ਤਾਂ ਮੈਂ ਇਹ ਕਹਾਂਗਾ। ਦੂਜਾ ਜਿਹੜਾ ਰਿਲੇਸ਼ਨ ਦਾ, ਸਰਕਾਰਾਂ ਨੇ ਬਿਲਕੁਲ ਤੁਸੀਂ ਠੀਕ ਕਿਹਾ ਸਿੱਧੂ ਸਾਹਿਬ, ਸਰਕਾਰਾਂ ਨੇ ਜਿਹੜਾ ਇਹ ਵੀ ਕਿਹਾ ਨਾ ਅਸੀਂ ਉਹਨਾਂ ਦੇ ਬੱਚਿਆਂ ਨੂੰ ਆਹ ਕਰਾਂਗੇ, ਸਾਰਾ ਕਰੀ ਜਾ ਰਹੀ ਹੈ। ਇਹਦੇ ਉੱਤੇ ਹੀ ਜੀ ਸਸਤੀ ਵੋਟ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਇੱਕ ਹਿਊਮਨ ਮਿਜ਼ਰੀ ਹੈ। ਹਿਊਮਨ ਮਿਜ਼ਰੀ ਦੇ ਵਿੱਚ ਜਿੱਥੇ ਇੱਕ ਸਾਨੂੰ ਬਾਬੇ ਨਾਨਕ ਦਾ ਸਿੱਖੀ ਦਾ ਸਾਨੂੰ ਸੰਦੇਸ਼ ਸੀ, ਉਹਦੇ ਰਾਹੀਂ ਅਸੀਂ ਮਨੁੱਖਤਾ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕਦੀ ਹੈ, ਔਰ ਜਿਹਦੇ ਕੋਲ ਕੋਈ ਧਨ ਹੈ, ਜਿਹਦੇ ਕੋਲ ਫੁੱਲ ਹੈ, ਧਨ ਸੰਤਨ ਕਾ ਮਕਾ, ਧਨ ਸੰਤਨ ਕਾ ਕੀਆ, ਸੰਤਨ ਬਿਨ ਅਵਰਨਾ ਦਾ, ਉਹਦੇ ਅਨੁਸਾਰ ਜਿਹੜੀ ਸਿੱਖੀ 'ਚ ਸੇਵਾ ਉਹ ਬੜੀ। ਪਰ ਇਹ ਜਿਹੜਾ ਜਿੱਡੀ ਵੱਡੀ ਇਹ ਤਰਾਸਦੀ ਹੈ, ਉਹਦੇ ਵਾਸਤੇ ਉਹ ਮੈਂ ਕਹਾਂਗਾ ਕਿ ਬਹੁਤ ਛੋਟਾ ਜਿਹਾ ਇੱਕ ਯਤਨ ਹੈ ਵਿੱਤ ਮੁਤਾਬਕ, ਕਿਉਂਕਿ ਸੇਵਾ ਵਿੱਤ ਮੁਤਾਬਕ ਹੀ ਹੁੰਦੀ ਹੈ। ਜਿਹੜਾ ਐਡਾ ਵੱਡਾ ਜਿਹੜੇ ਆਪਾਂ ਕਿਹਾ ਵੀ 1 ਲੱਖ ਬੰਦਾ ਤਾਂ ਤਕਰੀਬਨ 99,325 ਬੰਦੇ ਤਾਂ ਹੋਣੀ ਆ, 25 ਦਿਨਾਂ 'ਚ ਮਰ ਗਏ। ਉਹਨਾਂ ਦੇ ਤਾਂ ਕੋਈ ਹੋਣੇ ਨੇ ਨਾ, ਮਰੀਜ਼ਾਂ ਨੂੰ ਹੋਏ ਨੇ। ਕਈ ਘਰਾਂ ਦੇ 3-3 4-4 ਜੀ ਮਰ ਗਿਆ। ਸੰਗਰੂਰ ਦੀ ਇੱਕ ਪੂਰੇ ਪਰਿਵਾਰ ਦੇ 5 ਜੀ ਮਰੇ। ਉਹਦੇ ਵਿੱਚ ਠੀਕ ਹੈ, ਸਰਕਾਰ 20 ਲੱਖ ਕਰੋੜ ਰੁਪਈਆ ਕਰੋਨਾ ਵਾਸਤੇ ਰੱਖਿਆ, ਉਹ ਕਿੱਥੇ ਗਿਆ? ਉਹਦਾ ਕੀ ਕਰੇ? 20 ਲੱਖ ਕਰੋੜ ਕੋਈ ਛੋਟੀ ਅਮਾਊਂਟ ਨਹੀਂ ਹੁੰਦੀ। ਠੀਕ ਹੈ, 22 ਲੱਖ ਦੀ ਇੱਕ ਐਂਬੂਲੈਂਸ ਦਿੱਤੀ ਹੈ, ਤੇ ਉਹਦੇ ਮੁਕਾਬਲੇ ਆਪਾਂ ਦੇਖੀਏ ਸਰਕਾਰ ਕੋਲ ਤਾਂ 20 ਲੱਖ ਇੱਕ ਵਿਅਕਤੀ ਦੇ ਸਕਦਾ 22 ਲੱਖ ਆਪਦੇ ਕੋਲੋਂ, ਤੇ ਸਰਕਾਰ 20 ਲੱਖ ਸਰਕਾਰ ਦਾ ਆਪਦਾ ਨਹੀਂ ਹੈ, ਉਹ ਸਰਕਾਰ ਲੋਕਾਂ ਦਾ ਪੈਸਾ ਹੈ। ਉਹ 20 ਲੱਖ ਕਰੋੜ ਦਾ ਕੀ ਕਰਦੇ ਨੇ? ਸਰਕਾਰ ਨੇ ਕੀ ਕਰਿਆ? ਰੀਹੈਬਲੀਟੇਸ਼ਨ ਤਾਂ ਛੱਡੋ, ਲੋਕਾਂ ਨੂੰ ਜਿਹੜਾ ਬਚਾਉਣਾ ਸੀ, ਵੈਕਸੀਨੇਸ਼ਨ 'ਚ 35,000 ਕਰੋੜ ਰੁਪਇਆ ਰੱਖਿਆ। 35,000 ਕਰੋੜ ਨਾਲ ਸਾਨੂੰ ਹੋ ਸਕਦੀ ਸੀ, ਬਲਕਿ ਕੰਪਨੀਆਂ ਨੂੰ ਮੁਨਾਫਾ ਦੇਣ ਵਾਲਾ ਦੁੱਗਣੇ ਰੇਟ ਤੇ ਵੇਚ ਦਿਓ। ਬੈਠੇ ਨੇ ਵਕੀਲ ਸਾਹਿਬ, ਇਹ ਜ਼ਿਆਦਾ ਜਾਣ ਕੁਆਲਿਟੀ ਬਿਫੋਰ ਲਾ ਨੂੰ ਕਿ ਤੁਸੀਂ 150 'ਚ ਕੇਂਦਰ ਖਰੀਦਿਆ ਤੇ ਸੂਬੇ ਨੂੰ ਤੁਸੀਂ ਅਲਾਓ ਕਰਤਾ ਉਹਨਾਂ ਨੂੰ ਵੀ ਕਰ ਲਓ ਲੁੱਟ। 30,000 ਰੁਪਏ ਦਾ ਬੈਨੀਫਿਟ ਦਿੱਤਾ ਪ੍ਰਾਈਵੇਟ ਵੱਡੀਆਂ ਕਾਰਪੋਰੇਟ ਸੈਕਟਰ ਨੂੰ। ਜੇ ਸਰਕਾਰ ਨੇ ਇਹੀ ਕੁਛ ਕਰਨਾ ਹੈ, ਤੇ ਸਰਕਾਰ ਨੇ ਇਹ ਕਰਨਾ ਹੈ ਕਿ ਮੈਂ ਤਾਂ ਵੀ ਜਿਹੜਾ ਤਵਾ ਪ੍ਰਾਂਤ ਦਿਨ ਤੇ ਰਾਤ, ਤੇ ਜੇ ਜਿਨ੍ਹਾਂ ਦੀ ਤਵਾ ਪ੍ਰਾਂਤ ਦੇਖਦੇ ਨੇ ਉੱਥੇ ਦਿਨ ਤੇ ਰਾਤ ਗਾਉਣਾ ਹੈ, ਫਿਰ ਲੋਕਾਂ ਦੀ ਸੇਵਾ ਹੋ ਨਹੀਂ ਸਕਦੀ। ਪਰ ਸਵਾਲ ਤੁਹਾਡਾ ਜਾਇਜ਼ ਹੈ, ਸਵਾਲ ਸਾਰੇ ਜਿਹੜੇ ਪੈਨਲਿਸਟ ਨੇ ਮੈਨੂੰ ਲੱਗਦਾ ਜਾਇਜ਼ ਹੈ। ਔਰ ਮੈਂ ਇੱਕ ਗੱਲ ਹੋਰ ਵੀ ਜਿਹੜੀ ਮਿੱਤਲ ਸਾਹਿਬ ਨੇ ਕਹੀ, ਕਿਉਂਕਿ ਮੈਂ ਵੀ ਸਰਕਾਰੀ ਨੌਕਰੀ 'ਚ ਹਾਂ, ਮੈਨੂੰ ਉਹਨਾਂ ਦੀ ਵੀ ਗੱਲ ਬਹੁਤ ਹੀ ਹੈ। ਲੋਕ ਗਾਲਾਂ ਕੱਢ ਬੜਾ ਕੁਛ ਕਹਿੰਦੇ ਨੇ, ਇੱਕ ਤਾਂ ਜੇ ਪਾਠ ਨਹੀਂ ਜਚਿਆ, ਸੱਚ ਇੰਨੇ ਲੋਕ ਹੁਣ ਸਮਝਦਾਰ ਹੋ ਗਏ ਵੀ ਉੱਥੇ ਭਰਨ ਫੜਾਇਆ ਜਾ
ਰਿਹਾ ਹੈ। ਪਰ ਇੱਕ ਗੱਲ ਪੱਕੀ ਹੈ ਵੀ ਸਾਰੇ ਆਰਟਸ ਦੇ ਬਾਵਜੂਦ ਜਿਵੇਂ ਉਹਨਾਂ ਨੇ ਕਹਾਣੀ ਦੱਸੀ ਹੈ ਉਹ ਪ੍ਰੈਕਟੀਕਲ ਹੈ, ਕਿਉਂਕਿ ਮੈਂ ਖੁਦ ਕਰਦਾ ਰਿਹਾ, ਪਤਾ ਹੁੰਦਾ ਵੀ ਆਹੀ ਜਿਹੀਆਂ ਗੱਲਾਂ ਆਹੀ ਹੁੰਦੀਆਂ ਨੇ, ਆਹੀ ਕਰਨੀਆਂ ਪੈਂਦੀਆਂ ਨੇ। ਉਹਨਾਂ ਨੇ ਜੋ ਕਿਹਾ ਉਹ ਸੱਚ ਜੀ ਉਹਨਾਂ ਨੂੰ ਵੀ ਮੈਂ ਤਾਰੀਫ ਕਰਦਾ ਜੀ। ਥੈਂਕ ਯੂ ਡਾਕਟਰ ਸਾਹਿਬ। ਜਿਸ ਤਰੀਕੇ ਨਾਲ ਡਾਕਟਰ ਗਰਗ ਨੇ ਕਿਹਾ ਹੈ ਕਿ ਕਰੋਨਾ ਮਾਰੇ ਟਾਕਲ ਠੀਕ ਹੈ, ਪਰ ਲੱਖਾਂ ਜਿਹੜੇ ਪਰਿਵਾਰਾਂ ਦੇ ਬੱਚੇ ਯਤੀਮ ਹੋ ਗਏ ਹੈ, ਮਰੀਜ਼ ਲਈ ਇੱਕ ਆਕਸੀਜਨ ਦੀ ਲੋੜ ਹੁੰਦੀ ਹੈ। ਜਸਟੀ ਵੀ ਇਹ ਸੁਸਾਇਟੀ ਦੀ ਇੱਕ ਆਕਸੀਜਨ ਹੈ। ਸਰਕਾਰ ਕਿੰਨਾ ਤਾਲਮੇਲ ਰੱਖ ਰਹੀ ਹੈ ਲੋਕਾਂ ਨੂੰ ਬਚਾਉਣ ਲਈ ਇੰਡਸਟਰੀ ਸੈਕਟਰ ਦੇ ਨਾਲ? ਸਰਕਾਰ ਵੱਲੋਂ ਤੇ ਸਿੱਧੂ ਸਾਹਿਬ ਕੋਈ ਸਪੋਰਟ ਇੰਡਸਟਰੀ ਨੂੰ ਨਹੀਂ ਹੈ। ਪਿਛਲੇ ਪੈਕੇਜ ਜਿਹੜਾ ਦਿੱਤਾ ਗਿਆ ਸੀ ਉਹ ਵੀ ਬਹੁਤ ਕੁਝ ਥੋੜੇ ਲੋਕਾਂ ਨੂੰ ਹੀ ਉਹਦਾ ਬੈਨੀਫਿਟ ਹੋਇਆ, ਔਰ ਉਹ ਵੀ ਇੱਕ ਇੰਟਰਸਟ ਤੇ ਲੋਨ ਦਿੱਤਾ ਗਿਆ। ਲੇਕਿਨ ਸਾਡੇ ਜਿੰਨੇ ਵੀ EMPLOYEES ਹੈ ਜਾਂ ਵਰਕਰਸ ਹੈ ਉਹਨਾਂ ਲਈ ਇੱਕੋ ਹੀ ਸਕੀਮ ਹੈ, ਜੇ ਉਹਨਾਂ ਨੂੰ ਕੁਝ ਕੋਵਿਡ 'ਚ ਹੋ ਜਾਂਦਾ ਤੇ ਉਹਦੇ ਲਈ ਇੱਕ ਇੰਸ਼ੋਰੈਂਸ ਜ਼ਰੂਰ ਕ੍ਰੀਏਟ ਕੀਤੀ ਗਈ ਹੈ। ਬਟ ਅਦਰਵਾਈਜ਼ ਜਿਸ ਤਰ੍ਹਾਂ ਹੁਣ ਲੋਕਡਾਊਨ ਹੈ ਜਾਂ ਬੰਦ ਹੈ, ਫੈਕਟਰੀਆਂ ਬੰਦ ਹੈ, ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਹੂਲਤ ਜਾਂ ਕੋਈ ਮਾਲੀ ਮਦਦ ਨਹੀਂ ਹੈ ਗਵਰਨਮੈਂਟ ਵੱਲੋਂ। ਇਹ ਇੰਡਸਟਰੀਅਲਿਸਟ ਨੂੰ ਹੀ, ਆਪਣੇ ਫੈਕਟਰੀ ਵਾਲਿਆਂ ਨੂੰ ਹੀ ਆਪਣੇ ਕੋਲੋਂ ਉਹਨਾਂ ਦੀ ਮਦਦ ਕਰਨੀ ਪੈ ਰਹੀ ਹੈ, ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ, ਔਰ ਆਪਣੀ ਫੈਕਟਰੀ ਦਾ ਵੀ ਨੁਕਸਾਨ ਹੋ ਰਿਹਾ ਔਰ ਇੰਟਰਸਟ ਦੇ ਵੀ ਮੀਟਰ ਚੱਲ ਰਹੇ ਹਨ। ਸੋ ਇਹ ਸਿਚੁਏਸ਼ਨ ਤੇ ਕੋਈ ਬਹੁਤ ਅੱਛੀ ਨਹੀਂ ਹੈ। ਔਰ ਪਿਛਲੇ ਲੋਕਡਾਊਨ ਤੋਂ ਲੈ ਕੇ ਤੇ ਹੁਣ ਦੇ ਲੋਕਡਾਊਨ ਦੇ ਵਿੱਚ ਅਜੇ ਸਾਡਾ ਸਿਸਟਮ ਠੀਕ ਚੱਲਿਆ ਵੀ ਨਹੀਂ ਸੀ, ਅਜੇ ਸਮੂਥ ਵੀ ਨਹੀਂ ਹੋਇਆ ਸੀ। ਸਾਡੇ ਰॉ ਮਟੀਰੀਅਲ ਵੀ ਨਹੀਂ ਠੀਕ ਬਣਨੇ ਸ਼ੁਰੂ ਹੋਏ ਸੀ, ਫੈਕਟਰੀਆਂ ਪੂਰੀਆਂ ਨਹੀਂ ਚੱਲ ਰਹੀਆਂ ਸੀ। ਕਦੀ ਕਿਸੇ ਨੂੰ ਕੋਈ ਸ਼ਾਰਟੇਜ ਹੈ ਰॉ ਮਟੀਰੀਅਲ ਦੀ, ਕਦੀ ਕਿਸੇ ਨੂੰ ਲੇਬਰ ਦੀ ਸ਼ਾਰਟੇਜ ਹੈ, ਕਦੀ ਕਿਸੇ ਨੂੰ ਪੈਸਿਆਂ ਦੀ ਸ਼ਾਰਟੇਜ ਹੈ। ਉਹਨਾਂ ਚੀਜ਼ਾਂ ਦੇ ਵਿੱਚ ਹੁਣ ਮੈਂ ਸਮਝਦਾ ਵੀ ਜੋ ਮੇਰਾ ਸਾਡੇ ਇੱਕ ਆਈਡੀਆ ਹੈ ਕਿ ਵੀ ਘੱਟੋ ਘੱਟ 2 ਤੋਂ 3 ਕਰੋੜ ਬੰਦਾ ਤੇ ਬੇਰੁਜ਼ਗਾਰ ਹੁਣ ਹੋ ਚੁੱਕਿਆ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਐਸੇ ਲੋਕਡਾਊਨ ਦੇ ਵਿੱਚ। ਔਰ ਇਹ ਨਾ ਪੂਰਾ ਹੋਣ ਵਾਲਾ ਇੱਕ ਨੁਕਸਾਨ ਹੈ, ਇਹਦਾ ਠੀਕ ਨਹੀਂ ਹੋ ਪਾਏਗਾ। ਔਰ ਇਹਨੂੰ ਜੇ ਸਾਰਾ ਕੁਝ ਠੀਕ ਅਸੀਂ ਕਹੀਏ ਵੀ ਵੈਕਸੀਨੇਸ਼ਨ ਵੀ ਲੱਗ ਜਾਏਗੀ ਤੇ ਕਰੋਨਾ ਵੀ ਘਟ ਜਾਏਗਾ ਤੇ ਫਿਰ ਵੀ 1 ਸਾਲ ਲੱਗੇਗਾ ਇਸ ਨੂੰ ਠੀਕ ਹੁੰਦਿਆਂ। ਸੋ ਇਹ ਇੱਕ ਮਤਲਬ ਇੰਡਸਟਰੀ ਦੇ ਵਾਸਤੇ ਬਹੁਤ ਹੀ, ਜਾਂ ਸਰਵਿਸ ਸੈਕਟਰ ਲਈ ਜਾਂ ਦੁਕਾਨਦਾਰਾਂ ਵਾਸਤੇ ਬਹੁਤ ਹੀ ਮੰਦਭਾਗਾ ਟਾਈਮ ਹੈ। ਮਤਲਬ ਕਈ ਲੋਕ ਬੜੀ ਬੁਰੀ ਤਰ੍ਹਾਂ ਵੈਨਿਸ਼ ਹੋ ਜਾਣਗੇ, ਕਈਆਂ ਦਾ ਬਹੁਤ ਨੁਕਸਾਨ ਹੋ ਜਾਏਗਾ। ਇਹ ਮੈਂ ਆਪਣੇ ਵਿਚਾਰ ਦੇ ਵਿੱਚ ਤੁਹਾਡੇ ਰੱਖਣਾ ਚਾਹੁੰਦਾ। ਸਿੰਧੀਆ ਜੀ ਜਿਹੜੇ ਕੰਮ ਕਰਦੇ ਆ, ਕੰਮ ਇਹ ਜਿੱਦਾਂ ਆਪਾਂ ਕਹਿੰਦੇ ਦੂਜੇ ਸੂਬੇ ਕੋਈ ਬਿਹਾਰ ਤੋਂ, ਯੂਪੀ ਤੋਂ, ਜਾਂ ਆਪਣੇ ਸੂਬੇ ਦੇ ਵੀ ਹੋਣਗੇ ਲੋਕ ਜਿਹੜੇ ਹੈਗੇ ਆ, ਉਹ ਕੰਮ ਇਹ ਹੁਣ ਜਿੱਦਾਂ ਦਾ ਟ੍ਰੈਂਡ ਬਣਿਆ, ਰੁਜ਼ਗਾਰ ਘਟ ਰਿਹਾ ਹੈ, ਜਿਹੜੇ ਵਾਪਸ ਚਲੇ ਗਏ ਉਹ ਵਾਪਸ ਆਏ ਹੈ ਕਿ ਜਾਂ ਹੋਰ ਨਵੇਂ ਵੀ ਆਪਣੇ ਰਾਜਾਂ ਨੂੰ ਵਾਪਸ ਜਾ ਰਹੇ? ਉਹਨਾਂ ਨੂੰ ਲੱਗ ਰਿਹਾ ਕਿ ਅਗਲੇ 1 ਸਾਲ 'ਚ ਘੱਟੋ ਘੱਟ ਤੁਸੀਂ ਕਹਿ ਰਹੇ ਹੋ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਰੋਜੀ ਰੋਟੀ ਦਾ? ਸਰ ਮੈਂ ਤੇ ਇਹ ਸਮਝਾਂਗਾ ਕਿ ਲੋਕ ਜਿਹੜੇ ਅੱਗੇ ਬੇਰੁਜ਼ਗਾਰ ਸੀ ਉਹ ਜਾਂਦੇ ਸੀ, ਹੁਣ ਤੇ ਜਿਨ੍ਹਾਂ ਕੋਲ 4 ਪੈਸੇ ਨੇ ਉਹ ਵੀ ਜਾਣਾ ਚਾਹੁੰਦੇ ਨੇ ਵੀ ਇਸ ਕੰਟਰੀ ਦੇ ਵਿੱਚ ਜਿੱਥੇ ਹਸਪਤਾਲ ਨਹੀਂ ਹੈ, ਜਿੱਥੇ ਮੈਡੀਕਲ ਫੈਸਿਲਿਟੀ ਨਹੀਂ ਹੈ, ਜਿੱਥੇ ਪੈਸੇ ਖਰਚ ਕੇ ਦਵਾਈ ਨਹੀਂ ਮਿਲੀ, ਜਿੱਥੇ ਲੋਕ ਮਰ ਗਏ ਸੜਕਾਂ ਤੇ ਰੁਲਦੇ, ਉਹਨਾਂ ਨੂੰ ਦਵਾਈ ਔਰ ਆਕਸੀਜਨ ਨਹੀਂ ਮਿਲੀ, ਉਹ ਲੋਕ ਹੁਣ ਜਾਣਾ ਚਾਹੁੰਦੇ ਆ। ਉਹ ਆਪਣੀ PR ਲੈਣਾ ਚਾਹੁੰਦੇ ਆ, ਉਹ ਆਪਣਾ ਕਿਤੇ ਪੈਰ ਹੋਰ ਰੱਖਣਾ ਚਾਹੁੰਦੇ ਆ ਕਿ ਵੀ ਸਾਨੂੰ ਕਿਸੇ ਵੀ ਕੀਮਤ ਤੇ ਜਾਣਾ ਪਵੇ ਅਸੀਂ ਜਾਵਾਂਗੇ। ਅਸੀਂ ਇਸ ਕੰਟਰੀ 'ਚ ਨਹੀਂ ਰਹਿ ਸਕਦੇ ਜਿੱਥੇ ਕਿ ਇੰਨੀ ਸਿਚੁਏਸ਼ਨ ਖਰਾਬ ਹੋ ਚੁੱਕੀ ਹੈ। ਔਰ ਕੋਈ ਬੜੀ ਵੱਡੀ ਤਰਾਸਦੀ ਬੜੀ ਵੱਡੀ ਤਰਾਸਦੀ। ਕਮਲਜੀਤ ਜੀ 2 ਲਾਈਨਾਂ ਦਾ ਸਮਾਂ ਤੁਹਾਡੇ ਕੋਲ ਲੈਣਾ ਚਾਹਾਂਗਾ। ਜੋ ਸਚਦੇਵਾ ਜੀ ਨੇ ਕਿ ਅੱਗੇ ਤਾਂ ਕਾਮੇ ਗਏ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਹੁਣ ਜਿਨ੍ਹਾਂ ਦੀ ਜੇਬ 'ਚ 4 ਪੈਸੇ ਹੈ ਉਹ ਕਹਿੰਦੇ ਅਸੀਂ ਇਸ ਮੁਲਕ ਨੂੰ ਛੱਡਣਾ ਪੈ ਗਿਆ ਤਾਂ ਅਸੀਂ ਛੱਡ ਕੇ ਜਾਵਾਂਗੇ ਕਿਉਂਕਿ ਰਹਿ ਨਹੀਂ ਸਕਦੇ ਇਸ ਮੁਲਕ ਦੇ ਅੰਦਰ ਜਿੱਦਾਂ ਦੀ ਹਾਲਤ ਬਣੀ ਹੋਈ ਹੈ। ਇਹ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਮਲਜੀਤ ਜੀ? ਤੁਸੀਂ ਸੁਸਾਇਟੀ ਦੇ ਹਾਈਐਸਟ ਫੋਰਮ ਤੇ ਬੈਠੇ ਹੋ, ਪੰਜਾਬ ਤਾਂ ਹਰਿਆਣਾ ਹਾਈ ਕੋਰਟ ਦੀ ਆਪਾਂ ਗੱਲ ਕਰਦੇ ਹੋ, ਸੀਨੀਅਰ ਐਡਵੋਕੇਟ ਹੈ, ਤਰਾਸਦੀ ਹੇਠਲੇ ਲੈਵਲ ਤੇ ਕੀ ਹੈ ਜੋ? ਇਹ ਬੜੀ ਅਨਫੋਰਚੂਨੇਟ ਗੱਲ ਹੋ ਚੁੱਕੀ ਹੈ ਜੀ। ਸਰਕਾਰ ਦਾ ਫਰਜ਼ ਬਣਦਾ ਸੀ, ਉਹ ਇਸ ਤਰ੍ਹਾਂ ਗਲਤ ਹੋ ਗਿਆ, ਇਸ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਕਿ ਹੁਣ ਮੂੰਹੋਂ ਬਿਆਨ ਵੀ ਕਰਨਾ ਔਖਾ ਲੱਗਦਾ ਹੈ। ਕੋਈ ਲਾਅ ਐਂਡ ਆਰਡਰ ਦੀ ਕੋਈ ਗੱਲ ਨਹੀਂ ਲੱਗਦੀ, ਮਾਈਟ ਇਜ਼ ਰਾਈਟ ਹੁੰਦਾ ਜਾ ਰਿਹਾ ਹੈ। ਜਿਹੜਾ ਅਸੀਂ ਸੰਵਿਧਾਨ ਆਪਣਿਆਂ ਨੂੰ ਦਿੱਤਾ ਸੀ ਕਿ ਗਵਰਨਮੈਂਟ ਭਾਈਚਾਰਾ ਪ੍ਰਮੋਟ ਕਰੇਗੀ, ਗਵਰਨਮੈਂਟ ਕਿਸੇ ਕਾਸਟ ਕਲਰ ਬਾਰੇ ਕੋਈ ਗੱਲ ਨਹੀਂ ਕਰੇਗੀ, ਅਸੀਂ ਸੈਕੂਲਰ ਰਵਾਂਗੇ, ਸਰਕਾਰਾਂ ਦਾ ਆਪਣਾ ਕੋਈ ਧਰਮ ਨਹੀਂ ਹੋਏਗਾ। ਹੁਣ ਕਈ ਚੀਜ਼ਾਂ ਪੋਲੀਟੀਕਲੀ ਵੇਖੀ ਦੀਆਂ ਕਿ ਇਹਨਾਂ ਤੋਂ ਬਿਨਾਂ ਤੇ ਸਰਕਾਰਾਂ ਗੱਲ ਹੀ ਨਹੀਂ ਕਰਦੀਆਂ, ਇਹਨਾਂ ਤੋਂ ਬਿਨਾਂ ਤੇ ਪੋਲੀਟੀਕਲ ਨੁਮਾਇੰਦੇ ਅੱਗੇ ਆਉਂਦੇ, ਜਿਹੜਾ ਥੈਂਕ ਯੂ
ਅਸੀਂ ਲੀਡ ਦੇਣੀ ਸੀ ਆਪਣੇ ਦੇਸ਼ ਨੂੰ, ਲੇਕਿਨ ਅਸੀਂ ਅਨਫੋਰਚੂਨੇਟਲੀ ਬੜੇ ਫੋਰਮਸ ਤੇ ਫੇਲ ਹੋ ਰਹੇ ਹਾਂ। ਪਰ ਮੇਰੇ ਹਿਸਾਬ ਦੇ ਨਾਲ ਹਾਲੇ ਐਸੀ ਨਹੀਂ ਹੈ ਕਿ ਅਸੀਂ ਇਹਨੂੰ ਇੰਪਰੂਵ ਨਹੀਂ ਕਰ ਸਕਦੇ। ਅੱਜ ਵੀ ਅਗਰ ਸਰਕਾਰ ਚਾਹੇ ਅਸੀਂ ਇਸ ਨੂੰ ਬਹੁਤ ਜਲਦੀ ਇੰਪਰੂਵਮੈਂਟ ਤੇ ਲੈ ਆਵਾਂਗੇ। ਮਿਹਰਬਾਨੀ। ਗਰਗ ਸਾਹਿਬ, 2 ਲਾਈਨਾਂ ਦਾ ਕਮੈਂਟਸ ਜੋ ਸਚਦੇਵਾ ਜੀ ਨੇ ਕਿਹਾ ਬੜੀ ਤਰਾਸਦੀ ਹੈ, ਜੋ ਮੁਲਕ ਦੇ ਹਾਲਾਤ ਪੈਦਾ ਥੋੜੇ ਬਹੁਤੇ ਖਾਂਦੀ ਪੀਂਦੀ ਸ਼੍ਰੇਣੀ ਹੈ, ਮੁਲਕ ਛੱਡਣ ਨੂੰ ਤਿਆਰ ਬੈਠੀ ਆ। ਗੱਲ ਤਾਂ ਪਹਿਲਾਂ ਬਿਹਾਰ ਤੇ ਯੂਪੀ ਦੀ ਕਰਦੇ ਸੀ। ਹਾਂਜੀ, ਦੇਖੋ ਸਿੱਧੂ ਸਾਹਿਬ ਬਿਲਕੁਲ ਠੀਕ ਹੈ ਇਹਨਾਂ ਨੇ ਕਿ ਹਰ ਬੰਦਾ ਜਿਹੜਾ ਇਹ ਜਿਹਦੇ ਕੋਲ 4 ਪੈਸੇ ਨੇ ਉਹ ਇੱਜ਼ਤ ਕਰਕੇ, ਸਮਾਨ ਨਾ ਮਿਲਣ ਕਰਕੇ, ਜੀਵਨ ਦੀ ਕੋਈ ਕਦਰ ਨਾ ਹੋਣ ਕਰਕੇ ਉਹ ਇੱਥੋਂ ਤੰਗ ਹੋ ਗਿਆ। ਆ ਪਿਛਲੇ ਪੀਰੀਅਡ ਦੇ ਵਿੱਚ ਖਾਸ ਕਰਕੇ ਜਿੱਥੇ ਸਾਰੇ ਵਕਤਾਵਾਂ ਨੇ ਕਿਹਾ ਵੀ ਕੋਈ ਲਾ ਐਂਡ ਆਰਡਰ ਦਾ, ਕੋਈ ਹਿਊਮਨ, ਕੋਈ ਇਕੁਐਲਿਟੀ ਦਾ ਜਿਹੜਾ ਪ੍ਰਿੰਸੀਪਲ ਆ ਉਹ ਖਤਮ ਹੋ ਗਿਆ। ਰੀਹੈਬਿਲਿਟੇਸ਼ਨ ਦੇ ਵਿੱਚ ਵੀ ਜਿਵੇਂ ਇਹਨਾਂ ਨੇ ਪੈਨਸ਼ਨ ਕਹੀ ਹੈ ਉਹ ਬਿਲਕੁਲ ਸਹੀ ਕਿਹਾ। ਬਾਕੀ ਮੁਲਕਾਂ ਨੇ ਜਿਹੜੇ ਬੰਦੇ ਬੇਰੁਜ਼ਗਾਰ ਹੋ ਗਏ, ਸਾਡੇ ਤਾਂ 10 ਕਰੋੜ ਬੰਦਾ ਉਹ ਵੀ ਹੈ ਜਿਹੜਾ ਅੱਧੇ ਰੁਜ਼ਗਾਰ 'ਚ ਕੰਮ ਕਰਨ ਲੱਗਿਆ ਹੈ ਕਰੋਨਾ ਦੇ ਦੌਰਾਨ, ਮਤਲਬ ਉਹਦੀ ਵੇਜ ਘਟ ਗਈ ਹੈ। ਸੋ ਉਹਨਾਂ ਦੀ ਰੀਹੈਬਿਲਿਟੇਸ਼ਨ ਬਹੁਤ ਜ਼ਰੂਰੀ ਸੀ, ਚਾਹੇ ਉਹ ਇੰਡਸਟਰੀ ਹੈ, ਚਾਹੇ ਕੋਈ ਵਪਾਰੀ ਹੈ, ਚਾਹੇ ਦੁਕਾਨਦਾਰ ਹੈ, ਚਾਹੇ ਕੋਈ ਉਹਦੇ 'ਚ ਮੁਲਾਜ਼ਮ ਹੈ, ਚਾਹੇ ਕੋਈ ਉਹਦੇ 'ਚ ਮਜ਼ਦੂਰ ਹੈ। ਉਹ ਰੀਹੈਬਿਲਿਟੇਸ਼ਨ ਦੀ ਤਾਂ ਅਜੇ ਗੱਲ ਹੀ ਨਹੀਂ ਕਰੀ ਸਰਕਾਰ ਕਿ ਅਸੀਂ ਉਹ ਕੀ ਕਰਨੀ ਹੈ, ਕਿਉਂਕਿ ਸਰਕਾਰ ਕੇਵਲ ਤੇ ਕੇਵਲ ਲੋਕਾਂ ਨੂੰ ਵੰਡ, ਲੋਕਾਂ ਨੂੰ ਪਾੜ ਕੇ ਆਪਣਾ ਡੰਡੇ ਦਾ ਰਾਜ ਚਲਾਉਣਾ ਚਾਹੁੰਦੀ ਹੈ। ਇਹ ਹਿਊਮਨ ਟ੍ਰੈਜਡੀ ਨੂੰ ਸਾਨੂੰ ਸਮਝਣਾ ਪਏਗਾ ਤਾਂ ਇਹ ਮੁਲਕ ਬਚੇਗਾ। ਮੁਲਕ ਇੰਨਾ ਮਾੜਾ ਨਹੀਂ ਹੈ, ਇਹ ਮਾੜਾ ਬਣਾ ਦਿੱਤਾ ਗਿਆ। ਇਹ ਮੁਲਕ ਨੇ ਬੜੀਆਂ ਵੱਡੀਆਂ ਕਾਰਨਾਂ ਘਾਲੀਆਂ ਨੇ। ਇਹ ਮੁਲਕ ਨੇ ਦੁਨੀਆ 'ਚ ਬਹੁਤ ਕੁਛ ਆਪਦੇ ਮੀਲ ਪੱਥਰ ਸਥਾਪਿਤ ਕਰੇ ਨੇ, ਇਹੀ ਜੀ ਗੱਲ ਨਹੀਂ ਹੈ। ਪਰ ਅਸੀਂ ਅੱਜ ਜਿਹੜੇ ਸਾਡੇ ਹੁਕਮਰਾਨ ਨੇ, ਜੈਸਾ ਰਾਜਾ ਤੈਸੀ ਪ੍ਰਜਾ, ਜਿਹੜੇ ਸਾਡੇ ਹੁਕਮਰਾਨ ਨੇ ਉਹ ਆਪ ਤਾਂ 10 ਲੱਖ ਦਾ ਕੋਟ ਪਾਉਣਾ ਹੈ, 8000 ਕਰੋੜ ਦੇ ਹਵਾਈ ਜਹਾਜ਼ ਚੜ੍ਹਨਾ ਹੈ। ਹਿਊਮਨ ਟ੍ਰੈਜਡੀ ਦੇ ਦੌਰਾਨ ਉਹ ਕਹਿੰਦੇ ਨੇ ਜਿਹੜਾ ਵਿਸਤਾ ਪ੍ਰੋਜੈਕਟ 22,000 ਇਹ ਲਾਗੂ ਰਹੇਗਾ, ਇਹ ਐਸੈਂਸ਼ੀਅਲ ਸਰਵਿਸ ਡਿਕਲੇਅਰ ਕਰਤਾ ਉੱਥੇ ਮਜ਼ਦੂਰਾਂ ਦਾ ਜਾਣਾ। ਇਹ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ। ਮੈਂ ਅਜੇ ਕੁੰਭ ਦੀ ਗੱਲ ਜਾਂ ਹੋਰ ਨਹੀਂ ਕਰ ਰਿਹਾ, ਮੈਂ ਸ਼ਵੈਨੀ ਗੰਗਾ ਦੀ ਗੱਲ ਨਹੀਂ ਕਰ ਰਿਹਾ, ਮੈਂ ਨਨਕਾਣਾ ਸਾਹਿਬ ਜਾਮ ਤੇ ਰੋਕ ਦੀ ਗੱਲ ਨਹੀਂ ਕਰ ਰਿਹਾ, ਮੈਂ ਅਜੇ ਹੋਲੇ ਮਹੱਲੇ ਦੀ ਗੱਲ ਨਹੀਂ ਕਰ ਰਿਹਾ, ਮੈਂ ਤਬਲੀਗੀਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਦੀ ਨਮਾਜ਼ ਦੀ ਗੱਲ ਨਹੀਂ ਕਰ ਰਿਹਾ। ਮੈਂ ਸਿਰਫ ਇਸ ਗੱਲ ਦੀ ਗੱਲ ਕਰ ਰਿਹਾ, ਅੱਜ ਜੇ ਕੋਈ ਸਭ ਸਟੈਪ ਸਰਕਾਰ ਕਹਿੰਦੀ ਅਸੀਂ ਲਿਆਓ, ਕੀ ਲਿਆ? ਕਹਿੰਦੇ NRC-CA ਦੇ ਅੰਡਰ ਅਸੀਂ ਜਿਹੜੇ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਚੋਂ ਆਏ ਨੇ, ਸਵਾਏ ਮੁਸਲਮਾਨਾਂ ਦੇ ਉਹਨੂੰ ਨਾਗਰਿਕਤਾ ਦੇਵਾਂਗੇ। ਵਟ ਇਜ਼ ਦਿਸ? ਐਸ ਟ੍ਰੈਜਡੀ 'ਚ ਤੁਸੀਂ ਨਾਗਰਿਕਤਾ ਦੀ ਗੱਲ ਕਰਦੇ ਹੋ। ਐਸ ਟ੍ਰੈਜਡੀ ਜਿਹੜੇ ਨਾਗਰਿਕ ਹੈਗੇ ਨੇ ਉਹਨਾਂ ਦੇ ਰਾਈਟ ਤਾਂ ਦੇ ਦਿਓ ਪਹਿਲਾਂ, ਰਾਈਟ ਨਾ ਦਿਓ ਉਹਨਾਂ ਨੂੰ। ਘੱਟੋ ਘੱਟ ਮਿਨੀਮਮ ਲਾਈਫ ਆਪਣੇ ਨਾਗਰਿਕਤਾ ਸੰਭਾਲੇ ਨਹੀਂ ਜਾ ਰਹੇ, ਆਪਣੇ ਨਾਗਰਿਕਤਾ ਸੰਭਾਲੇ ਨਹੀਂ ਜਾ ਰਹੇ। ਹਾਂ, ਸੋ ਇਸ ਤੋਂ ਪਤਾ ਲੱਗਦਾ ਸਰਕਾਰ ਜਾਗ ਜੀ। ਬਹੁਤ ਮਿਹਰਬਾਨੀ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਜਿਹੜੀਆਂ ਸੰਸਥਾਵਾਂ ਮਾਨਤਾ ਦੇ ਤੌਰ ਤੇ ਸੇਵਾ ਕਰ ਰਹੀਆਂ, ਸਲਾਮ ਹੈ ਉਹਨਾਂ ਸੰਸਥਾਵਾਂ ਨੂੰ। ਪਰ ਇਸ ਸਭ ਦੇ ਬਾਵਜੂਦ ਇੱਕ ਜਿਹੜਾ ਵੱਡਾ ਸਵਾਲ ਬਹਿਸ 'ਚ ਉੱਭਰ ਕੇ ਸਾਹਮਣੇ ਆਇਆ, ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ। ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਕਿ ਜਦੋਂ ਸਰਕਾਰਾਂ ਇਹੋ ਜਿਹੇ ਮੁੱਦੇ 'ਤੇ ਵੀ ਰਾਜਨੀਤੀ ਕਰਦੀਆਂ ਤਾਂ ਮਾਨਤਾ ਵੀ ਹੁੰਦੀ ਹੈ। ਸ਼ਰਮਸਾਰ ਇਹਨਾਂ ਮੁੱਦਿਆਂ 'ਤੇ ਬੇਬਾਕੀ ਦੇ ਨਾਲ ਆਪਣੀ ਰਾਏ ਦੇਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਆਪਣੇ ਸਾਰੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।